ਦਾ ਇੱਕ ਵਾਰ ਫੇਰ ਕਰਦੇ ਹਾਂ ਜੀ ਪ੍ਰਾਈਮ ਟਾਈਮ ਦੇ ਵਿੱਚ ਸਵਾਗਤ। ਅੱਜ ਸਾਡੇ ਨਾਲ ਅਮਰਜੋਤ ਸੰਧੂ ਹਰੀ ਨੇ, ਸਾਡੇ ਲੋਕਲ ਐਮਪੀਪੀ ਬਰੈਂਪਟਨ ਵੈਸਟ ਤੋਂ। ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਕੁਝ ਇੱਕ ਮਸਲੇ ਨੇ ਜਿਹੜੇ ਪੋਲੀਟਿਕਸ ਦੇ ਵਿੱਚ ਚੱਲਦੇ ਆ, ਉਹ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਉਹ ਵਿਚਰਦੇ ਨੇ, ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਕੰਮ ਨੇ ਉਹ ਕਰਦੇ ਨੇ। ਸੋ ਅਮਰਜੋਤ ਜੀ, ਪਹਿਲਾਂ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਜੀ। ਥੈਂਕ ਯੂ ਜੀ ਬਹੁਤ। ਅਮਰਜੋਤ, ਤੁਹਾਡੇ ਤੋਂ ਬੜੀਆਂ ਉਮੀਦਾਂ ਨੇ, ਇਸ ਕਰਕੇ ਸਵਾਲ ਵੀ ਬੜੇ ਹੋਣਗੇ। ਹਾਂਜੀ। ਤੇ ਕੋਈ ਸਵਾਲ ਹਿੱਟ ਵੀ ਕਰੇ ਉਸ ਤਰ੍ਹਾਂ ਤੇ ਉਹਦਾ ਮਾਈਂਡ ਨਹੀਂ ਕਰਨਾ, ਪਰ ਕਿਉਂਕਿ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਇੱਕ ਨੌਜਵਾਨ ਪੋਲੀਟੀਸ਼ੀਅਨ ਤੇ ਜਿਹੜੇ ਜਿਸ ਤਰ੍ਹਾਂ ਪੁਰਾਣੇ ਪੋਲੀਟੀਸ਼ੀਅਨ ਵਿੱਚ ਕਿੰਨਾ ਅੰਤਰ ਹੈ, ਉਹਨਾਂ ਦੀ ਸੋਚ 'ਚ ਕਿੰਨਾ ਅੰਤਰ ਹੈ। ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਹੈ, ਤੁਸੀਂ ਪਿਛਲੀ ਸੈਗਮੈਂਟ 'ਚ ਕਾਫੀ ਕੁਝ ਆਪਣੇ ਨਿੱਜੀ ਜੀਵਨ ਬਾਰੇ ਦੱਸਿਆ। ਕੰਜ਼ਰਵੇਟਿਵ ਪਾਰਟੀ ਕਿਉਂ, ਉਹ ਤੁਸੀਂ ਕਿਉਂ ਚੁਣੀ? ਬਿਲਕੁਲ ਜੀ, ਇਨੀਸ਼ੀਅਲੀ ਤਾਂ ਕਹਿ ਲਓ, ਜਿੱਦਾਂ ਮੈਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਹਾਰਪਰ ਜਦੋਂ ਮੈਂ ਕੰਟਰੀ ਦੇ ਵਿੱਚ ਆਇਆ ਸੀ, ਉਹਨਾਂ ਦਾ ਪਾਲਿਸੀ ਸੋਚ ਕੇ ਜਾਂ ਇੱਕ ਵਿਅਕਤੀ ਵਿਸ਼ੇਸ਼ ਨੂੰ ਆਪਣਾ ਆਈਡੀਅਲ ਮੰਨ ਕੇ? ਪਹਿਲਾਂ ਤਾਂ ਮੈਂ ਕਹਾਂ ਇੱਕ ਅਟਰੈਕਸ਼ਨ ਵੀ ਕਈ ਵਾਰ ਹੁੰਦੀ ਆ ਕਿ ਆਹ ਦੇਖੋ ਜੀ ਪ੍ਰਾਈਮ ਮਿਨਿਸਟਰ ਹੈਗਾ, ਕਿੱਦਾਂ ਬੋਲਦਾ ਵਾ। ਸੋ ਇਨੀਸ਼ੀਅਲੀ ਤੇ ਉੱਥੋਂ ਕਹਿ ਲਓ, ਮੈਂ ਕਹੂੰਗਾ ਆਈ ਵਿਲ ਬੀ ਕਹਿ ਲਓ ਕਿ ਮੈਂ ਝੂਠ ਵੈਰੀ ਓਨੈਸਟ ਕਿ ਉੱਥੋਂ ਪਹਿਲਾਂ ਸਟਾਰਟ ਹੋਇਆ ਕਿ ਉਹਨਾਂ ਦਾ ਦੇਖ ਕੇ। ਬਾਕੀ ਥੋੜਾ ਮੈਂ ਸਟੱਡੀ ਵੀ ਕੀਤੀ, ਨੋ ਡਾਊਟ, ਜਦੋਂ ਕਿਉਂਕਿ ਤੁਸੀਂ ਆਉਨੇ ਆ ਪਹਿਲਾਂ ਤਾਂ ਇੱਕ ਵਾਰ ਤੁਸੀਂ ਬੰਦਾ ਦੇਖ ਕੇ, ਉਹਦੀ ਪਰਸਨੈਲਿਟੀ ਦੇਖ ਕੇ ਤੁਸੀਂ ਅਟਰੈਕਟ ਹੁੰਦੇ ਆ ਕਿ ਇਹ ਪੋਲੀਟੀਸ਼ੀਅਨ ਵਧੀਆ ਵਾ, ਇਹਦਾ ਜਿੱਦਾਂ ਬੋਲਦਾ ਵਾ, ਜਿੱਦਾਂ ਕੰਟਰੀ ਲਈ ਕੰਮ ਕਰ ਰਿਹਾ ਵਾ, ਜਿੱਦਾਂ ਦੀਆਂ ਪਾਲਿਸੀਜ਼ ਆ। ਸੋ ਉਹਦੇ ਬਾਰੇ ਇੱਕ ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਿਹੜੇ ਆਪਣੀ ਖਾਸ ਕਰਕੇ ਜਿਹੜੇ ਆਪਾਂ ਇੰਡੀਅਨ ਕਮਿਊਨਿਟੀ ਆ ਜਾਂ ਆਪਾਂ ਪੰਜਾਬੀ ਕਮਿਊਨਿਟੀ ਆ, ਆਪਣੀਆਂ ਜਿਹੜੀਆਂ ਵੈਲਿਊਜ਼ ਆ ਜੀ, ਹਮੇਸ਼ਾ ਕੰਜ਼ਰਵੇਟਿਵ ਵੈਲਿਊਜ਼ ਜਿਹੜੀਆਂ ਹੁੰਦੀਆਂ ਆਪਣੀ ਫੈਮਿਲੀ ਦੀਆਂ, ਕਿ ਆਪਣੇ ਪਰਿਵਾਰ ਦੇ ਵਿੱਚ ਆਪਾਂ ਕਿੱਦਾਂ ਆਪਣੇ ਪਰਿਵਾਰ ਦੇ ਨਾਲ ਇਕੱਠੇ ਰਹਿੰਦੇ ਆ, ਆਪਾਂ ਨੂੰ ਖਰਚਾ ਆਪਾਂ ਕਿੱਦਾਂ ਕਰਨਾ ਵਾ, ਕਹਿ ਲਓ ਕਿ ਸਪੈਂਡਿੰਗ ਆਪਣੀ ਕਿੱਦਾਂ ਹੋਊਗੀ, ਕਿੱਦਾਂ ਆਪਾਂ ਪੈਸੇ ਸੇਵ ਕਰ ਸਕਦੇ ਆ, ਕਿੱਦਾਂ ਆਪਾਂ ਲੋਕਾਂ ਦੀ ਹੈਲਪ ਕਰਨੀ ਆ। ਸੋ ਇਹ ਜਿਹੜੀਆਂ ਚੀਜ਼ ਆ ਜੀ, ਇਹ ਆਪਣੇ ਖੂਨ ਦੇ ਵਿੱਚ ਹੀ ਹੁੰਦੀਆਂ। ਮੈਨੂੰ ਲੱਗਦਾ ਕਿ ਆਪਣੀ ਕੰਜ਼ਰਵੇਟਿਵ ਵੈਲਿਊਜ਼ ਜਿਹੜੀਆਂ ਹੁੰਦੀਆਂ ਵਾ। ਬਾਕੀ ਪਾਲਿਸੀਜ਼ ਜਦੋਂ ਮੈਂ ਥੋੜੀ ਸਟੱਡੀ ਕੀਤੀ, ਉਹਨਾਂ ਦੀ ਜਿਹੜੀਆਂ ਕਹਿ ਲਓ ਕਿ ਇੱਕ ਤੇ ਜਿਹੜਾ ਕਿ ਜੌਬ ਓਪਰਚੁਨਿਟੀਜ਼ ਕਿੱਦਾਂ ਕ੍ਰੀਏਟ ਕਰਦੇ ਆ ਪਾਰਟੀ ਦੇ, ਹੁੰਦਾ ਕਿ ਜੌਬਸ ਕਿੱਦਾਂ ਇੱਕ ਬਿਜ਼ਨਸਿਸ ਨੂੰ ਕਿੱਦਾਂ ਅਟਰੈਕਟ ਕਰੀਏ, ਕਿੱਥੇ ਜਿਹੜੀਆਂ ਜੌਬ ਓਪਰਚੁਨਿਟੀਜ਼ ਕ੍ਰੀਏਟ ਕੀਤੇ ਜਾਈਏ, ਕਿਉਂਕਿ ਇਹੋ ਚੀਜ਼ ਆਪਾਂ ਪਿੱਛੇ ਛੱਡ ਕੇ ਆਏ ਹੁੰਦੇ ਆ ਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ। ਓਪਰਚੁਨਿਟੀਜ਼ ਲਈ ਤੁਹਾਨੂੰ ਇੱਕ ਗਵਰਨਮੈਂਟ ਇੱਦਾਂ ਦਾ ਇਨਵਾਇਰਨਮੈਂਟ, ਕਿਉਂਕਿ ਗਵਰਨਮੈਂਟ ਜਿਹੜੀ ਆ ਜੀ ਇੱਕ ਇਨਵਾਇਰਨਮੈਂਟ ਇੱਦਾਂ ਦਾ ਬਣਾਉਂਦੀ ਆ ਕਿ ਜਿੱਥੇ ਬਿਜ਼ਨਸ ਅਟਰੈਕਟ ਹੁੰਦੇ ਆ, ਇਨਵੈਸਟਰਸ ਅਟਰੈਕਟ ਹੁੰਦੇ ਆ। ਜਦੋਂ ਉਹ ਅਟਰੈਕਟ ਹੋਣਗੇ, ਡੈਫੀਨੇਟਲੀ ਜਿਹੜੀਆਂ ਜੌਬਸ ਆ ਫਿਰ ਉਹ ਕ੍ਰੀਏਟ ਹੋਣਗੀਆਂ। ਉਹ ਜਿਹੜੀਆਂ ਜੀ ਉਹ ਮੈਨੂੰ ਲੱਗਦਾ ਕੰਜ਼ਰਵੇਟਿਵ ਪਾਰਟੀ ਜਿਹੜੀ ਉਹਦੀ ਕਾਫੀ ਕੰਮ ਕਰਦੀ ਆ। ਇੱਕ ਲੋਅਰ ਟੈਕਸਿਸ ਤੁਹਾਡੇ ਕਿੱਦਾਂ ਜਿਹੜੇ ਘਟਾਉਣੇ ਆ, ਉਹ ਜਿਹੜਾ ਕਿਉਂਕਿ ਆਪਾਂ ਸਾਰੇ ਜਿਹੜੇ ਲੋਕ ਇੰਨੀ ਮਿਹਨਤ ਕਰਦੇ ਆ, ਹੈਂਡ ਟੂ ਮਾਊਥ ਆਪਾਂ ਹੁੰਦੇ ਆ, ਉਹ ਟੈਕਸਿਸ ਵੀ ਜਿਹੜੇ ਆਪਾਂ ਕਿੱਦਾਂ ਕਰਨੇ ਘਟਾਉਣੇ ਆ। ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਦੀਆਂ ਜਿਹੜੀਆਂ ਆਈਡੀਓਲੋਜੀ ਮੈਨੂੰ ਕਾਫੀ ਕਹਿ ਲਓ ਕਿ ਉਹ ਅਟਰੈਕਟ ਕੀਤੀ। ਮੈਨੂੰ ਲੱਗਾ ਕਿ ਜਿਹੜੀ ਪਾਰਟੀ ਵਧੀਆ, ਇਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਵਧੀਆ ਵਾ, ਤਾਂ ਕਰਕੇ ਮੈਂ ਜਿਹੜੀ ਕੰਜ਼ਰਵੇਟਿਵ ਪਾਰਟੀ ਜਿਹੜਾ ਉਹਨਾਂ ਨਾਲ ਵੋਲੰਟੀਅਰ ਜੁਆਇਨ ਕੀਤਾ। ਆਮ ਤੌਰ ਤੇ ਜਿਹੜੀ ਮਤਲਬ ਆਮ ਲੇਮੈਨ ਵਾਲੀ ਭਾਸ਼ਾ ਜੇ ਮੈਂ ਪੁੱਛਾਂ, ਜਿਹੜਾ ਬੰਦਾ ਪੋਲੀਟਿਕਸ ਨੂੰ ਬਹੁਤ ਬਰੀਕੀ ਨਾਲ ਨਹੀਂ ਜਾਣਦਾ, ਉਹਦੇ ਵਾਸਤੇ ਮੋਟੇ ਤੌਰ ਤੇ ਹੁੰਦਾ ਵੀ ਜਿਹੜੇ ਕੰਜ਼ਰਵੇਟਿਵ ਪਾਰਟੀਆਂ ਨੇ ਉਹ ਥੋੜੀ ਜਿਹੀਆਂ ਜਿਹੜੀ ਕੈਪੀਟਲਿਸਟ ਸੋਚ ਆ ਉਹਦੇ ਬਹੁਤੇ ਨੇੜੇ ਹੁੰਦੀਆਂ ਨੇ। ਤੁਸੀਂ ਕਹਿ ਰਹੇ ਹੋ ਕਿ ਆਮ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲਈ ਟੈਕਸ ਘਟਾਉਣ ਵਾਲੇ ਪਾਸੇ ਨੂੰ ਇਹ ਕੰਮ ਜ਼ਿਆਦਾ ਕਰਦੀਆਂ ਨੇ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਲਿਬਰਲ ਨੇ ਜਾਂ ਜਿੱਥੇ ਇੱਥੇ ਐਨਡੀਪੀ ਟਾਈਪ ਆ, ਜਾਂ ਥੋੜ੍ਹੀ ਜਿਹੀਆਂ ਪ੍ਰੋ ਲੈਫਟ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ, ਉਹ ਪ੍ਰੋ ਪੀਪਲ ਜਿਹੜੇ ਪ੍ਰੋਗਰਾਮ ਉਹ ਜ਼ਿਆਦਾ ਲੈ ਕੇ ਆਉਂਦੀਆਂ ਨੇ। ਕੰਜ਼ਰਵੇਟਿਵ ਜਿਹੜੇ ਆ ਉਹ ਜਿਹੜੀ ਕੈਪੀਟਲ ਸਿਸਟਮ ਜਿਹੜਾ ਆ ਬੇਸਿਕਲੀ ਉਹ ਉਹਨਾਂ ਦੇ ਪਿੱਛੇ ਹੋ ਰਿਹਾ ਹੁੰਦਾ, ਉਹ ਰਨ ਕਰ ਰਿਹਾ ਹੁੰਦਾ। ਤੇ ਕੰਜ਼ਰਵੇਟਿਵ ਬਾਰੇ ਮਤਲਬ ਵਰਲਡ ਵਾਈਡ ਇਹ ਮਤਲਬ ਕਨਸੈਪਟ ਹੈ, ਮਤਲਬ ਮੋਟੇ ਤੌਰ ਤੇ ਸਮਝਿਆ ਜਾਂਦਾ। ਔਰ ਦੂਸਰਾ ਕੰਜ਼ਰਵੇਟਿਵ ਬਾਰੇ ਇਹ ਵੀ ਸੋਚਿਆ ਜਾਂਦਾ ਕਿ ਜਿੱਦਾਂ ਕੰਜ਼ਰਵੇਟਿਵ ਨੂੰ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਕੰਜ਼ਰਵੇਟਿਵ ਵੈਲਿਊਜ਼ ਜਿਹੜੀਆਂ ਨੇ, ਪੁਰਾਣੀਆਂ ਵੈਲਿਊਜ਼, ਜਿਹਨੂੰ ਸੱਭਿਆਚਾਰਕ ਵੈਲਿਊ, ਵਧੀਆ ਗੱਲ ਹੈ ਉਹ, ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਕਿ ਉਹਦੀਆਂ ਪੁਰਾਣੀਆਂ ਰੂੜੀਆਂ ਨੇ, ਪੰਜਾਬੀ ਰੂੜੀਆਂ ਸ਼ਬਦ ਨੈਗੇਟਿਵ ਨਹੀਂ ਹੈ ਵੈਸੇ, ਉਹਨਾਂ ਨੂੰ ਉਹ ਪ੍ਰਮੋਟ ਕਰਦੇ ਨੇ। ਮਤਲਬ ਜਿਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਦਾਂ ਅੱਜ ਦੇ ਯੁੱਗ ਦੇ ਵਿੱਚ ਸਾਇੰਟੀਫਿਕ ਚੀਜ਼ਾਂ ਦੇ ਨਾਲ ਮੇਲ ਨਾ ਖਾਣੀਆਂ, ਜਿਵੇਂ ਅਬੋਰਸ਼ਨ ਦੇ ਕੇਸਾਂ 'ਚ, ਜਿੱਦਾਂ ਹੁਣ ਆ ਜਿਹੜੇ ਹੈਗੇ ਆ ਗੇ ਲੈਸਬੀਅਨ ਵਾਲਾ ਮਸਲਾ ਸੀਗਾ, ਜਾਂ ਕੁਝ ਹੋਰ ਇਸ ਤਰ੍ਹਾਂ ਦੇ ਮਸਲੇ ਆਉਂਦੇ ਆ, ਉਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਪਾਰਟੀਆਂ ਦਾ ਥੋੜਾ ਜਿਹਾ ਰੋਲ ਹੁੰਦਾ, ਉਹ ਵਾਕਈ ਕੰਜ਼ਰਵੇਟਿਵ ਟਾਈਪ ਹੁੰਦਾ। ਤੁਸੀਂ ਇਹਨਾਂ ਚੀਜ਼ਾਂ ਨੂੰ ਅੱਜ ਦੇ ਸਮਾਜ 'ਚ ਕਿੱਦਾਂ ਕੰਪੇਅਰ ਕਰਕੇ ਕਿੱਦਾਂ ਵੇਖਦੇ ਹੋ? ਬਿਲਕੁਲ, ਜੋ ਸਮਾਜ ਚੇਂਜ ਹੁੰਦਾ, ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਇੱਦਾਂ ਦੀਆਂ ਉਹ ਵੀ ਜਿਹੜਾ ਪਾਰਟੀਜ਼ ਅਡੈਪਟ ਕਰਦੀਆਂ ਵਾ। ਸਾਡੀ ਪਾਰਟੀ ਜਿਹੜੀ ਸਪੋਰਟ ਕਰਦੀ ਆ ਜੀ, ਹਰ ਮੈਨੂੰ ਲੱਗਦਾ ਆਪਣੇ ਦੇ ਪਰਸਨਲ ਰਾਈਟ ਆ, ਪਰਸਨਲ ਚੋਇਸ ਆ, ਜਿੱਦਾਂ ਵੀ ਕੋਈ ਉਹ ਮੈਨੂੰ ਲੱਗਦਾ ਮੇਰੇ ਪਰਸਨਲ ਵਿਚਾਰ ਆ ਕਿ ਹਰ ਕੋਈ ਬੰਦਾ ਆਪਣੇ ਹਿਸਾਬ ਨਾਲ ਇੱਥੇ ਜੀ ਸਕਦਾ ਕੰਟਰੀ ਦੇ ਵਿੱਚ। ਬਾਕੀ ਦੇਖੋ, ਇੱਕ ਕੰਟਰੀ ਦੇ ਨਾਲ ਨਾਲ ਪਾਲਿਸੀਜ਼ ਦੇ ਨਾਲ ਇੱਕ ਸਪੈਂਡਿੰਗ ਵੀ ਹੁੰਦੀ ਆ। ਮੈਨੂੰ ਲੱਗਦਾ ਕਿ ਲਿਬਰਲ ਪਾਰਟੀ ਜਿਹੜੀ ਪਾਲਿਸੀ ਹੁੰਦੀ ਕਿ ਸਪੈਂਡਿੰਗ ਜ਼ਿਆਦਾ ਕਰਨੀ, ਆਪਣਾ ਡੈਟ ਨਹੀਂ ਦੇਖਣਾ, ਡੈਫਿਸਿਟ ਕੀ ਆ ਜਿਹੜਾ ਸਾਡੀ ਗਵਰਨਮੈਂਟ ਦੇ ਉੱਪਰ ਉਹ ਨਹੀਂ ਦੇਖਣਾ। ਤੇ ਕਈ ਵਾਰ ਤੁਹਾਨੂੰ ਜਿਹੜੀਆਂ ਸਹੂਲਤਾਂ ਇੱਦਾਂ ਦੀਆਂ ਹੈਗੀਆਂ, ਤੁਹਾਨੂੰ ਕੰਟਰੀ ਦਾ ਡੈਟ ਵੀ ਦੇਖਣਾ ਪੈਂਦਾ, ਡੈਫਿਸਿਟ ਦੇਖਣਾ ਪੈਂਦਾ ਵਾ, ਕਿ ਇੰਨਾ ਆਪਣੇ ਤੇ ਕਰਜ਼ਾ ਨਾ ਚੜੇ ਕਿ ਜਿਹੜਾ ਆਉਣ ਵਾਲੀਆਂ ਜਨਰੇਸ਼ਨਸ ਜਿਹੜੀਆਂ ਆਪਣੀਆਂ ਹੈਗੀਆਂ ਵਾ, ਉਹਨਾਂ ਨੂੰ ਕਰਜ਼ਾ ਪੇ ਕਰਨਾ ਪਵੇ। ਕੱਲ੍ਹ ਨੂੰ ਸਾਡੇ ਬੱਚੇ ਜਿਹੜੇ ਆ ਜੀ, ਉਹ ਕੱਲ੍ਹ ਨੂੰ ਮੈਨੂੰ ਲੱਗਦਾ ਕਿ ਇੰਨਾ ਕਰਜ਼ਾ ਹੋਵੇ ਕਿ ਉਹ ਜਿਹੜੀਆਂ ਨਾ ਉਹਨਾਂ ਨੇ ਕੋਈ ਜੌਬ ਓਪਰਚੁਨਿਟੀਜ਼ ਹੋਣਗੀਆਂ, ਉਹ ਕਰਜ਼ਾ ਸਾਰਾ ਜਿਹੜੇ ਬੱਚੇ ਆਪਣੇ ਪੇ ਕਰਨਗੇ। ਸੋ ਨਾਲ ਦੀ ਨਾਲ ਤੁਹਾਨੂੰ ਸਪੈਂਡਿੰਗਸ ਦਾ ਵੀ ਜਿਹੜਾ ਧਿਆਨ ਰੱਖਣਾ ਪੈਂਦਾ ਵਾ।
ਕਿ ਜ਼ਿਆਦਾ ਸਪੈਂਡਿੰਗ ਨਾ ਕੀਤੀ ਜਾਵੇ, ਸਪੈਂਡਿੰਗ ਜਿਹੜੀ ਕੰਟਰੋਲ ਦੇ ਵਿੱਚ ਰਹਿ ਕੀਤੀ ਜਾਵੇ। ਨੋ ਡਾਊਟ ਜਿਹੜੀਆਂ ਪਾਲਿਸੀਜ਼ ਜੇ ਕੋਈ ਵਧੀਆ ਲੋਕਾਂ ਦੇ ਹਿੱਤ ਲਈ ਲੈ ਕੇ ਆਉਣੀ ਆ, ਉਹਦੇ ਲਈ ਜਿਹੜੀ ਸਪੈਂਡਿੰਗਸ ਤੁਹਾਨੂੰ ਕਈ ਵਾਰ ਨਹੀਂ ਦੇਖਣੀਆਂ ਪੈਂਦੀਆਂ, ਉਹ ਵੀ ਦੇਖਣੀ ਚੀਜ਼ ਹੁੰਦੀ ਆ। ਸੋ ਇਹ ਜਿਹੜੀ ਕੰਜ਼ਰਵੇਟਿਵ ਵੈਲਿਊਜ਼ ਜਿਹੜੀਆਂ ਹੈਗੀਆਂ, ਮੈਨੂੰ ਲੱਗਦਾ ਕਿ ਨਾਲ ਦੀ ਨਾਲ ਆਪਣੀ ਸਪੈਂਡਿੰਗ ਜਿਹੜੀ ਆ ਆਈਡੀਅਲ ਗੱਲ ਬਹੁਤ ਸੋਹਣੀ ਲੱਗਦੀ ਹੈ ਵਾਕਈ, ਕਿ ਮਤਲਬ ਜਿੱਦਾਂ ਫੈਮਿਲੀ 'ਚ ਆਪਾਂ ਵੇਖਦੇ ਆ ਸਾਡੀ ਕਿੰਨਾ ਐਕਸਪੈਂਡੀਚਰ ਆ, ਸਾਡੀ ਇਨਕਮ ਕਿੰਨੀ ਆ, ਔਰ ਉਹਦਾ ਇੱਕ ਬਜਟ ਦੇ ਵਿੱਚ ਵੀ ਦਿਨ ਰਹਿ ਕੇ ਆਪਾਂ ਸਾਰਾ ਕੁਝ ਕਰਨਾ ਹੁੰਦਾ, ਬਹੁਤ ਚੰਗੀ ਗੱਲ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਕਿ ਜਿਹੜਾ ਕੰਜ਼ਰਵੇਟਿਵ ਪਾਰਟੀਆਂ ਵਰਲਡ ਵਾਈਡ, ਮੈਂ ਇਕੱਲੀ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ, ਅਮਰੀਕਾ ਦੀ ਗੱਲ ਕਰ ਲਓ, ਤੁਸੀਂ ਯੂਰਪੀਅਨ ਕੰਟਰੀ ਦੀ ਗੱਲ ਕਰ ਲਓ, ਜਦੋਂ ਵੱਡੇ ਵੱਡੇ ਸਟਿਮੂਲਸ ਪੈਕੇਜ ਦਿੰਦੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਨੂੰ, ਉਹਦੇ ਪਿੱਛੇ ਇੱਕੋ ਲੌਜਿਕ ਹੁੰਦਾ ਜੀ ਸਾਡੀਆਂ ਜੌਬ ਨਾ ਜਾਣ। ਪਰ ਜਦੋਂ ਲੋਕਾਂ ਨੂੰ ਦੇਣ ਦੀ ਗੱਲ ਆਉਂਦੀ ਆ, ਉੱਥੇ ਥੋੜਾ ਜਿਹਾ ਹੱਥ ਘੁੱਟ ਲਿਆ ਜਾਂਦਾ। ਕੰਜ਼ਰਵੇਟਿਵ ਰੂਲ ਇਦਾਂ ਹੀ ਚੱਲਦੇ ਆ, ਸਾਰੀ ਦੁਨੀਆ ਚੱਲਦੇ ਆ, ਆਪਾਂ ਮੰਨੀਏ ਭਾਵੇਂ ਨਾ ਮੰਨੀਏ। ਇਹ ਤੁਸੀਂ ਇਹਨੂੰ ਕਿੱਦਾਂ ਐਕਸਪਲੇਨ ਕਰੋਗੇ ਵੀ ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਆ ਕਿ ਇੱਕ ਕੰਪਨੀ ਵਾਸਤੇ ਤੇ ਆਪਾਂ ਸਪੈਂਡਿੰਗ ਕਰਨ ਲੱਗੇ ਵੇ, ਹੁਣ ਇੰਡੀਆ 'ਚ ਵੀ ਇਹੋ ਕੁਝ ਹੋ ਰਿਹਾ, ਵੱਡੇ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਅਸੀਂ ਖੁੱਲਾ ਦੇ ਰਹੇ ਹਾਂ, ਕਿਸਾਨ ਉੱਥੇ ਦੇਖ ਰਹੇ ਆ ਆਪਾਂ ਕਿੱਦਾਂ ਹੋ ਰਿਹਾ, ਤੁਸੀਂ ਸਮਝਦੇ ਹੋ, ਰੋਜ਼ ਆਪਾਂ ਵੇਖਦੇ ਆ ਉਹਨਾਂ ਦੇ ਅੰਦੋਲਨ ਬਾਰੇ ਵੇਖ ਰਹੇ ਆ। ਤੇ ਉੱਥੇ ਜਿਸ ਤਰ੍ਹਾਂ ਬੀਜੇਪੀ ਆ ਬੇਸਿਕਲੀ, ਉਹ ਵੀ ਭਾਵੇਂ ਉਹਨਾਂ ਦਾ ਬਹੁਤ ਫਰਕ ਹੈ ਇਹਨਾਂ ਪਾਰਟੀਆਂ ਨਾਲੋਂ, ਆਪਾਂ ਦੇ ਇੱਥੇ ਪ੍ਰੋਗਰੈਸਿਵ ਕੰਜ਼ਰਵੇਟਿਵ ਵੀ ਕਹਿੰਦੇ ਆ ਨਾ, ਕਿ ਉਹ ਪ੍ਰੋਗਰੈਸ ਵੀ ਨਾਲ ਕਰ ਰਹੇ ਆ, ਉਹ ਚੀਜ਼ਾਂ ਨੂੰ ਛੱਡ ਰਹੇ, ਨਵੀਆਂ ਚੀਜ਼ਾਂ ਅਡਾਪਟ ਕਰ ਰਹੇ ਆ। ਪਰ ਜਿਸ ਤਰ੍ਹਾਂ ਦੀਆਂ ਰੂੜੀਆਂ ਲੈ ਕੇ ਉੱਥੇ ਸਰਕਾਰਾਂ ਬਣਦੀਆਂ ਨੇ, ਇੱਥੇ ਵੀ ਹੁੰਦਾ, ਮੈਂ ਇਹ ਨਹੀਂ ਕਹਿੰਦਾ ਇੱਥੇ ਨਹੀਂ ਹੁੰਦਾ, ਕਿ ਵੱਡੇ ਅਦਾਰਿਆਂ ਨੂੰ ਤੇ ਆਪਾਂ ਸਟਿਮੂਲਸ ਪੈਕੇਜ ਮਿਲੀਅਨ ਬਿਲੀਅਨ ਡਾਲਰ ਦੇ ਦਿੰਦੇ ਆ, ਤੇ ਜਦੋਂ ਲੋਕਾਂ ਦੀ ਆਉਂਦੀ ਆ ਫਿਰ ਆਪਾਂ ਜਿਹੜੇ ਬਜਟ ਡੈਫਿਸਿਟ ਦੀ ਗੱਲ ਕਰਨ ਲੱਗ ਪੈਂਦੇ ਆ, ਮੋਰ ਸਪੈਂਡਿੰਗ ਦੀ ਗੱਲ ਕਰਨ ਲੱਗ ਪੈਂਦੇ ਆ, ਹੋਰ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਆ। ਥੋੜਾ ਜਿਹਾ ਇਹ ਮੈਨੂੰ ਸਮਝਾਓ ਵੀ ਇਹਦਾ ਕੀ ਤੁਹਾਨੂੰ ਲੱਗਦਾ ਅੰਤਰ ਹੈ? ਬਿਲਕੁਲ ਜੀ, ਬਿਲਕੁਲ ਤੁਹਾਡਾ ਵੈਲਿਡ ਪੁਆਇੰਟ। ਦੇਖੋ ਜਦੋਂ ਸਾਡੀ ਗਵਰਨਮੈਂਟ ਬਣੀ ਸੀ, ਸਾਡੇ ਤੇ ਉੱਪਰ ਡੈਫਿਸਿਟ ਜਿਹੜਾ ਹੈਗਾ ਸੀ ਆਲਮੋਸਟ 18 ਬਿਲੀਅਨ ਡਾਲਰ ਡੈਫਿਸਿਟ ਸੀ, 15 ਬਿਲੀਅਨ ਦਾ ਸੌਰੀ, ਉਹ ਡੈਫਿਸਿਟ ਹੈਗਾ ਸੀ। ਉਹਨੂੰ ਘਟਾ ਕੇ ਅਸੀਂ ਪਿਛਲੇ ਸਾਲ 1.5 ਸਾਲ ਦੇ ਵਿੱਚ ਜਿਹੜਾ 7 ਬਿਲੀਅਨ ਦੇ ਡੈਫਿਸਿਟ ਲਿਆਂਦਾ ਸੀ, ਕਿਉਂਕਿ ਪ੍ਰੋਵਿੰਸ ਦੀ ਗੱਲ ਕਰ ਰਹੇ ਪ੍ਰੋਵਿੰਸ ਦੀ ਗੱਲ ਕਰ ਰਹੇ ਹਾਂ ਜੀ ਮੈਂ। ਸੋ ਉਹ ਲਿਆਂਦਾ ਸੀ, ਉਹ ਨੋ ਡਾਊਟ, ਕਿਉਂਕਿ ਸਾਡਾ ਹੁੰਦਾ ਕਿ ਡੈਫਿਸਿਟ ਨੂੰ ਜਿਹੜਾ ਵਾ ਜੀ ਉਹਨੂੰ ਬੈਲੈਂਸ ਬਜਟ ਨੂੰ ਆਪਣੇ ਨੂੰ ਕੀਤਾ ਜਾਵੇ, ਤਾਂ ਕਿ ਜਿਹੜਾ ਕੱਲ ਨੂੰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ ਵਾ, ਉਹ ਸਾਨੂੰ ਕਹਿ ਲਓ ਕਿ ਉਹਨਾਂ ਨੂੰ ਇਹ ਚੀਜ਼ਾਂ ਨਾ ਪੇ ਕਰਨੀਆਂ ਪੈਣ। ਬਟ ਜਦੋਂ ਐਕਸਪੈਂਡੀਚਰ ਦੀ ਗੱਲ ਆਉਂਦੀ ਆ, ਜਦੋਂ ਸਪੈਂਡਿੰਗਸ ਦੀ ਗੱਲ ਆਉਂਦੀ ਆ, ਜੇ ਮੈਂ ਕੋਵਿਡ ਦੀ ਗੱਲ ਕਰਾਂ, ਦੇਖੋ ਹੁਣ ਆਪਾਂ ਕਿੱਦਾਂ ਦੇ ਮਾਹੌਲ ਦੇ ਵਿੱਚ ਨਿਕਲੇ ਪਿਛਲੇ ਸਾਲ 1.5 ਸਾਲ ਦੇ ਵਿੱਚ, ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਹਰ ਤਰੀਕੇ ਨਾਲ ਜਿਹੜੀ ਲੋਕਾਂ ਦੀ ਹੈਲਪ ਕੀਤੀ। ਉੱਥੇ ਆਪਾਂ ਉਹ ਨਹੀਂ ਦੇਖਦੇ ਕਿ ਬਜਟ ਜਿਹੜਾ ਤੁਹਾਡਾ ਬੈਲੈਂਸ ਹੋਣਾ ਚਾਹੀਦਾ ਵਾ, ਤੁਹਾਡੇ ਤੇ ਜਿਹੜਾ ਇੰਨਾ ਡੈਟ ਚੜ ਜਾਊਗਾ। ਮੈਨੂੰ ਲੱਗਦਾ ਜਿਹੜਾ ਸਾਡਾ ਦੁਬਾਰਾ ਡੈਟ ਜਿਹੜਾ ਦੇਖੋ ਕਿੰਨਾ ਰਾਈਜ਼ ਹੋਊਗਾ ਇਸ ਤੋਂ ਬਾਅਦ, ਕਿਉਂਕਿ ਪਰ ਲੋਕਾਂ ਨੇ, ਸਾਡੀ ਗਵਰਨਮੈਂਟ ਨੇ, ਸਾਡੇ ਪ੍ਰੀਮੀਅਰ ਡਕਫੋਰਡ ਨੇ ਹਰ ਤਰੀਕੇ ਨਾਲ ਲੋਕਾਂ ਦੀ ਹੈਲਪ ਕੀਤੀ ਆ, ਸਮਾਲ ਬਿਜ਼ਨਸ ਦੀ ਹੈਲਪ ਕੀਤੀ ਆ, ਪੇਰੈਂਟਸ ਦੀ ਹੈਲਪ ਕੀਤੀ ਆ, ਇਨਵੈਸਟਮੈਂਟ ਜਿਹੜੀਆਂ ਹੈਲਥ ਕੇਅਰ ਦੇ ਵਿੱਚ ਅਸੀਂ ਨੇ ਕੀਤੀਆਂ ਵਾ, ਐਜੂਕੇਸ਼ਨ ਦੇ ਵਿੱਚ ਅਨਪ੍ਰੈਸੀਡੈਂਟਡ ਜਿਹੜੀਆਂ ਇਨਵੈਸਟਮੈਂਟਸ ਕੀਤੀਆਂ ਜੀ। ਮੈਨੂੰ ਲੱਗਦਾ ਕਿ ਪਿਛਲੀ ਕਿਸੇ ਗਵਰਨਮੈਂਟ ਨੇ, ਤੁਸੀਂ 15 ਸਾਲ ਦਾ ਟਰੈਕ ਰੈਕਡ ਦੇਖ ਲਓ, ਚਲੋ ਹੁਣ ਤੇ ਆਪਾਂ ਪੈਂਡੇਮਿਕ ਦੇ ਵਿੱਚ ਜਾ ਰਹੇ ਹਾਂ, ਪਿਛਲਾ ਟਰੈਕ ਰੈਕਡ ਤੁਸੀਂ ਕੰਪੇਅਰ ਕਰ ਲਓ 3.5 ਸਾਲ ਦੇ ਨਾਲ, ਜਿੰਨੀ ਮਿਲਾ ਸਪੈਂਡਿੰਗ ਸਾਡੀ ਗਵਰਨਮੈਂਟ ਨੇ ਕੀਤੀ ਆ ਲੋਕਾਂ ਦੇ ਲਈ, ਚਾਹੇ ਉਹ ਇਨਫਰਾਸਟ੍ਰਕਚਰ ਹੈਗਾ ਵਾ, ਚਾਹੇ ਉਹ ਹੈਲਥ ਕੇਅਰ ਹੈਗਾ, ਚਾਹੇ ਉਹ ਐਜੂਕੇਸ਼ਨ ਹੈਗੀ ਆ। ਇਨਫਰਾਸਟ੍ਰਕਚਰ ਦੇ ਉੱਪਰ ਅਸੀਂ ਆਉਣ ਵਾਲੇ 10 ਸਾਲਾਂ ਦੇ ਵਿੱਚ 145 ਬਿਲੀਅਨ ਡਾਲਰ ਦੇਖੋ ਜੀ ਸਪੈਂਡ ਕਰ ਰਹੇ ਹਾਂ, ਤੇ ਪਿਛਲੇ 3 ਸਾਲ ਦੇ ਵਿੱਚ ਅਸੀਂ 45 ਬਿਲੀਅਨ ਡਾਲਰ ਆਲਰੇਡੀ ਜਿਹੜਾ ਇਨਵੈਸਟ ਕਰ ਚੁੱਕੇ ਹਾਂ। ਆਹ ਸਾਲ ਦੇ ਵਿੱਚ ਇਕੱਲੇ ਵਿੱਚ ਅਸੀਂ ਜਿਹੜਾ 17 ਬਿਲੀਅਨ ਡਾਲਰ ਜਿਹੜਾ ਇਨਵੈਸਟ ਕਰ ਰਹੇ ਹਾਂ ਇਨਫਰਾਸਟ੍ਰਕਚਰ ਦੇ ਵਿੱਚ। ਹੈਲਥ ਕੇਅਰ ਦੀ ਮੈਂ ਗੱਲ ਕਰਾਂ ਜੀ, ਬ੍ਰੇਕੋ ਬਰੈਂਪਟਨ ਦੇ ਵਿੱਚ ਅਸੀਂ ਨਵਾਂ ਹਸਪੀਟਲ ਲੈ ਕੇ ਆ ਰਹੇ ਹਾਂ, ਜਿਹੜਾ ਪਿਛਲੇ ਲੰਮੇ ਸਮੇਂ ਤੋਂ ਡਿਮਾਂਡ ਕੀਤੀ ਜਾ ਰਹੀ ਸੀ। ਇੱਕ ਮੈਡੀਕਲ ਸਕੂਲ ਜਿਹੜਾ ਅਸੀਂ ਅਨਾਉਂਸ ਕੀਤਾ, ਨਾਲ ਦੀ ਨਾਲ ਈਵਨ ਮੇਅਰ ਜਿਹੜੇ ਪੈਟਰਿਕ ਬਰਾਊਨ ਉਹਨਾਂ ਨੇ ਕਿਹਾ ਕਿ ਹੋਮ ਰਨ ਆ, ਇਹ ਬਹੁਤ ਘੱਟ ਹੁੰਦਾ ਵਾ, ਹਿਸਟਰੀ ਦੇ ਵਿੱਚ ਨਹੀਂ ਹੋਇਆ ਕਦੀ ਕਿ ਇੱਕ ਹਸਪੀਟਲ ਤੁਹਾਨੂੰ ਮਿਲਿਆ ਹੋਵੇ, ਉਹਦੀ ਨਾਲ ਦੀ ਨਾਲ ਮੈਡੀਕਲ ਸਕੂਲ। ਸਪੈਸ਼ਲੀ ਤੁਹਾਨੂੰ ਪਤਾ ਜਿਹੜੀ ਆਪਣੀ ਸਾਊਥ ਏਸ਼ੀਅਨ ਜਿਹੜੀ ਕਮਿਊਨਿਟੀ ਹੈਗੀ ਆ, ਉਹਨਾਂ ਦਾ ਕਾਫੀ ਰੁਝਾਨ ਹੁੰਦਾ ਕਿ ਜਿਹੜੇ ਸਾਡੇ ਬੱਚੇ ਆ ਮੈਡੀਕਲ ਸਕੂਲ ਦੇ ਵਿੱਚ ਜਾਣ, ਡਾਕਟਰਸ ਬਣ। ਸੋ ਮੈਨੂੰ ਲੱਗਦਾ ਇੱਕ ਬਹੁਤ ਵਧੀਆ ਜਿਹੜਾ ਮੈਂ ਕਹੂੰਗਾ ਕਿ ਆਪਣੀ ਕਮਿਊਨਿਟੀ ਲਈ, ਆਪਣੇ ਸ਼ਹਿਰ ਦੇ ਲਈ ਬਹੁਤ ਵਧੀਆ ਨਿਊਜ਼ ਹੈਗੀ ਆ ਕਿ ਸਾਡੇ ਪ੍ਰੀਮੀਅਰ ਨੇ ਜਿਹੜੀਆਂ ਮੰਗਾਂ ਪਿਛਲੇ, ਇਹ ਦੋਨੇ ਚੀਜ਼ਾਂ ਪਬਲਿਕ ਮਤਲਬ ਹੋਣ, ਹਾਂਜੀ ਬਿਲਕੁਲ, ਸਰਕਾਰ ਵੱਲੋਂ ਹੋਣਗੀਆਂ ਜਾਂ ਪ੍ਰਾਈਵੇਟ ਵਿੱਚ ਨਾਲ ਹੋਣਗੀਆਂ? ਦੇਖੋ ਜਿਹੜੇ ਹਸਪੀਟਲ ਹੁੰਦੇ ਆ ਜਿਹੜੇ ਬਣਦੇ ਆ ਜੀ, ਹਮੇਸ਼ਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਬਣਦੇ ਆ। ਜੇ ਆਪਾਂ ਪਿਛਲੀ ਹਿਸਟਰੀ ਵੀ ਦੇਖੀਏ, ਚਾਹੇ ਆਪਣਾ ਬਰੈਂਪਟਨ ਸਿਵਿਕ ਹਸਪੀਟਲ ਜਿਹੜਾ ਬਣਿਆ ਸੀ, ਉਹ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ, ਕਮਿਊਨਿਟੀ ਵੀ ਆਪਣਾ ਯੋਗਦਾਨ ਪਾਉਂਦੀ ਆ, ਸਿਟੀ ਵੀ ਪਾਉਂਦੀ ਆ, ਗਵਰਨਮੈਂਟ ਜਿਹੜਾ ਹੁੰਦੀ ਮੋਸਟਲੀ ਸ਼ੇਅਰ ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਵਾ। ਈਵਨ ਲੌਂਗ ਟਰਮ ਕੇਅਰ ਹੋਮਸ ਜਿਹੜੇ ਬਣਦੇ ਆ, ਉਹ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਬਣਦੇ ਆ। ਸੋ ਇੱਕ ਵਧੀਆ ਸਕਸੈਸਫੁਲ ਪ੍ਰੋਗਰਾਮ ਹੈਗਾ ਵਾ, ਕਿਉਂਕਿ ਕਮਿਊਨਿਟੀ ਵੀ ਆਪਣੀ, ਦੇਖੋ ਜਦੋਂ ਬਰੈਂਪਟਨ ਸਿਵਿਕ ਹਸਪੀਟਲ ਬਣਿਆ ਸੀ, ਉਹਦੇ ਵਿੱਚ ਆਪਣੀ ਕਮਿਊਨਿਟੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਸੀ। ਸੋ ਇਦਾਂ ਜਿਹੜਾ ਹਸਪੀਟਲ ਬਣੂਗਾ, ਡੈਫੀਨਿਟਲੀ ਇਹ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹਦੇ ਵਿੱਚ ਹੋਊਗੀ। ਪਬਲਿਕ ਪਾਰਟਿਸਿਪੇਸ਼ਨ ਤੇ ਹੈ ਨਾ, ਆਮ ਸ਼ਹਿਰੀ ਦੀ ਪਾਰਟਿਸਿਪੇਸ਼ਨ, ਇੱਕ ਪਾਰਟਿਸਿਪੇਸ਼ਨ ਹੁੰਦੀ ਆ, ਜਿਹੜਾ ਮੈਂ ਪਹਿਲਾਂ ਸਵਾਲ ਸੀਗਾ ਕਾਰਪੋਰੇਟ ਦੀ। ਹਾਂਜੀ, ਮਤਲਬ ਹੁਣ ਕੋਈ ਵੱਡਾ ਕੋਈ ਘਰਾਣਾ ਜਾਂ ਵੱਡੀ ਕੋਈ ਜਿਹੜੀ ਕੰਪਨੀ ਆ, ਉਹ ਵੀ ਓਨ ਕਰੂਗੀ ਇਹਨੂੰ? ਦੇਖੋ ਇਹ ਤਾਂ ਜਦੋਂ ਅਜੇ ਪਲਾਨ ਅਜੇ ਤੇ ਬਹੁਤ ਇਨੀਸ਼ੀਅਲ ਸਟੇਜਸ ਦੇ ਵਿੱਚ ਹੈਗਾ ਅਜੇ, ਜਿਹੜਾ ਹਸਪੀਟਲ ਦਾ ਜਿਹੜੀ ਅਸੀਂ ਗ੍ਰਾਂਟ ਦਿੱਤੀ ਆ ਵਿਲੀਅਮ ਹਸਪੀਟਲ। ਨਹੀਂ, ਮਾਸਟਰ ਪਲਾਨ ਤੇ ਬਣਿਆ ਹੋਵੇਗਾ ਨਾ ਸਰ?
ਮਾਸਟਰ ਪਲਾਨ ਬਣਿਆ ਹੋਏਗਾ ਕੋਈ ਨਾ ਕੋਈ ਵੀ ਕਿਸ ਤਰ੍ਹਾਂ ਦਾ ਹਸਪੀਟਲ ਬਣਾਉਣਾ, ਕਿੱਥੇ ਬਣਾਉਣਾ, ਉਹਨੂੰ ਕਿਸ ਤਰ੍ਹਾਂ ਰਨ ਕਰਨਾ, ਉਹਦਾ ਇੰਫਰਾਸਟ੍ਰਕਚਰ ਕਿੱਦਾਂ ਡਿਵੈਲਪ ਕਰਨਾ? ਹਾਂਜੀ, ਉਹ ਪੁਰਾਣੇ ਹਸਪੀਟਲ ਨੂੰ ਕਰ ਰਹੇ ਆ? ਨਹੀਂ ਜੀ, ਨਹੀਂ, ਪੁਰਾਣਾ ਜਿਹੜਾ ਪੀਲ ਮੈਮੋਰੀਅਲ ਜਿਹੜਾ ਅਰਜੈਂਟ ਕੇਅਰ ਸੈਂਟਰ ਆ, ਉਹਨੂੰ ਅਸੀਂ ਨਵਾਂ ਹਸਪੀਟਲ ਬਣਾਉਣ ਜਾ ਰਹੇ ਹਾਂ। ਉਹਦੇ ਵਿੱਚ 250 ਪਲੱਸ ਨਵੇਂ ਬੈੱਡ ਹੋਣਗੇ, ਨਵਾਂ ਇੱਕ ਇਨਪੇਸ਼ੈਂਟ ਵਿੰਗ ਹੋਊਗਾ, ਲੇਕਿਨ ਉਹਦੀ ਡਿਜ਼ਾਈਨ ਤੇ ਪਲੈਨਿੰਗ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਆ। ਨਹੀਂ, ਇਹ ਤੋਂ ਇਲਾਵਾ ਵੀ ਹਸਪੀਟਲ ਹੈ? ਕਿਸੇ ਹਸਪੀਟਲ ਦੀ ਗੱਲ ਕਰ ਰਹੇ ਹੋ ਤੁਸੀਂ? ਨਹੀਂ, ਇੱਕ ਤੇ ਆਪਣਾ ਹੈਗਾ ਜੀ ਬਰੈਂਪਟਨ ਸਿਵਿਕ ਹਸਪੀਟਲ, ਉਹ ਤੇ ਆਲਰੇਡੀ ਹੈਗਾ। ਉਹ ਹੈਗਾ ਜਿਹੜਾ ਇੱਕ ਪੀਲ ਮੈਮੋਰੀਅਲ ਜਿਹੜਾ ਪੁਰਾਣਾ ਹਸਪੀਟਲ ਹੁੰਦਾ ਹਾਂਜੀ, ਉਹਨੂੰ ਹੁਣ ਸਪੈਸ਼ਲਾਈਜ਼ ਉਹ ਜਿਹੜਾ ਪੁਰਾਣਾ ਹਸਪੀਟਲ ਇਸ ਵੇਲੇ ਇੱਕ ਅਰਜੈਂਟ ਕੇਅਰ ਸੈਂਟਰ ਜਿਹੜਾ ਉਹਦੇ ਲਈ ਕੰਮ ਕਰ ਰਿਹਾ ਵਾ 9 to 5 ਜਾਂ 9 to 7 ਜਿੰਨਾ ਵੀ ਟਾਈਮਿੰਗ ਉਹਦੀ ਹੈਗੀ ਆ। ਲੇਕਿਨ ਅਸੀਂ ਉਹਨੂੰ 24/7 ਇੱਕ ਐਮਰਜੈਂਸੀ ਹਸਪੀਟਲ ਜਿਹੜਾ ਬਣਾ ਰਹੇ ਹਾਂ। ਉਹਦੇ ਵਿੱਚ ਨਵਾਂ ਇੱਕ ਇਨਪੇਸ਼ੈਂਟ ਵਿੰਗ ਬਣੂਗਾ। ਉੱਥੇ ਇਸ ਵੇਲੇ ਕੋਈ ਬੈੱਡ ਨਹੀਂ ਹੈਗੇ, ਸੋ 250 ਪਲੱਸ ਜਿਹੜੇ ਬੈੱਡ ਹੈ ਉਹਦੇ ਵਿੱਚ ਇੰਟਰੋਡਿਊਸ ਕੀਤੇ ਜਾਣਗੇ। ਯਾਨੀ ਕਿ ਆਊਟਡੋਰ ਫੈਸਿਲਿਟੀ ਸੀਗੀ, ਹੁਣ ਤੁਸੀਂ ਸਟੇਟ ਆਫ ਦੀ ਆਰਟ ਇੱਕ ਫੈਸਿਲਿਟੀ ਬਣਾਈ ਜਾਊਗੀ। ਲੇਕਿਨ ਉਹਦੀਆਂ ਜਦੋਂ ਵੀ ਕੋਈ ਦੇਖੋ, ਆਪਾਂ ਹੁਣ ਕਸਟਮ ਘਰ ਹੀ ਬਣਾਉਣੇ ਆ ਐਗਜ਼ਾਮਪਲ, ਉਹਦੇ ਲਈ ਆਪਾਂ ਪਹਿਲਾਂ ਜ਼ਮੀਨ ਲੈਂਦੇ ਆ, ਫਿਰ ਆਪਾਂ ਬਿਲਡਰ ਜਿਹੜੇ ਪਲੈਨਰ ਹੈਗੇ ਉਹਨਾਂ ਨੂੰ ਹਾਇਰ ਕਰਦੇ ਆ, ਪਲੈਨਿੰਗ ਕਰਦੇ ਆ, ਡਿਜ਼ਾਈਨ ਬਣਾਉਂਦੇ ਆ, ਫਿਰ ਆਪਾਂ ਕੰਟਰੈਕਟਰਸ ਲੱਭਦੇ ਆ। ਸੋ ਇਦਾਂ ਹੀ ਹਸਪੀਟਲ ਜਿਹੜੀ ਹੈਗੀ ਆਲਮੋਸਟ $1 ਬਿਲੀਅਨ ਦੀ ਇਨਵੈਸਟਮੈਂਟ ਹੋਣੀ ਹੈ ਜੀ। ਘਰ ਤੇ ਆਪਾਂ ਇੱਕ ਛੋਟੀ ਜੀ 2 ਮਿਲੀਅਨ 3 ਮਿਲੀਅਨ ਦੀ ਗੱਲ ਕਰਦੇ ਆ। ਸੋ ਇਹ ਲਈ ਆਪਾਂ ਨੂੰ ਇੱਕ ਪਲਾਨ ਵਧੀਆ ਬਣਾਉਣਾ ਪੈਣਾ ਵਾ, ਇੱਕ ਡਿਜ਼ਾਈਨ ਵਧੀਆ ਬਣਾਉਣਾ ਪਊਗਾ, ਕਿੱਦਾਂ ਦਾ ਹਸਪੀਟਲ ਬਣੂਗਾ। ਸੋ ਉਹ ਲਈ ਆਲਰੇਡੀ ਜਿਹੜੀ ਵਿਲੀਅਮ ਹੌਸਟਰ ਟੀਮ ਜਿਹੜੀ ਹੈਗੀ ਕੰਮ ਕਰ ਰਹੀ ਆ। ਸੋ ਸਾਡਾ ਪਲਾਨ ਹੈਗਾ ਕਿ ਜਦੋਂ ਵੀ ਜਿਹੜਾ ਪਲਾਨ ਸਾਨੂੰ ਮਿਲਦਾ ਵਾ, ਸ਼ਵਲਸ ਇਨ ਦਾ ਰੈਡੀ ਗਰਾਊਂਡ ਹੋਣ, ਸਾਡੇ ਵੱਲੋਂ ਇੱਕ ਸ਼ਵਲ ਰੈਡੀ ਪ੍ਰੋਜੈਕਟ ਜਿਹੜਾ ਹੋਊਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਸਟਾਰਟ। ਮੈਡੀਕਲ ਸਕੂਲ ਜਿਹੜਾ ਅਪਰੂਵ ਕਰਤਾ ਤੁਸੀਂ ਕਹਿੰਦੇ ਹੋ ਪ੍ਰਾਂਸ ਗਵਰਨਮੈਂਟ ਨੇ, ਉਹ ਕਿੱਥੇ ਬਣਨਾ ਤੇ ਕਿਸ ਤਰ੍ਹਾਂ ਦਾ ਬਣਨਾ, ਕੀ ਉਹਦਾ ਕੀ ਮਾਸਟਰ ਪਲਾਨ ਹੈ? ਬਿਲਕੁਲ, ਬਹੁਤ ਵਧੀਆ ਤੁਹਾਡਾ ਕੁਐਸਚਨ ਆ। ਮੈਡੀਕਲ ਸਕੂਲ ਜਿਹੜਾ ਅਸੀਂ ਉਹ ਲਈ ਕੰਮ ਕਰ ਰਹੇ ਹਾਂ ਜੀ, ਰਾਇਟਸਨ ਜਿਹੜਾ ਆਪਣਾ ਯੂਨੀਵਰਸਿਟੀ ਹੈਗੀ ਆ, ਉਹਨਾਂ ਨੂੰ ਅਸੀਂ $1 ਮਿਲੀਅਨ ਦੀ ਪਲੈਨਿੰਗ ਗ੍ਰਾਂਟ ਦਿੱਤੀ ਆ। $1 ਮਿਲੀਅਨ ਆਈ ਥਿੰਕ ਜਿਹੜੀ ਸਿਟੀ ਆਫ ਬਰੈਂਪਟਨ ਉਹ ਜਿਹੜਾ ਪਿਚਨ ਕਰ ਰਹੀ ਹੈ ਵਿੱਚ, ਉਹਨਾਂ ਨੂੰ ਵੀ ਅਸੀਂ ਇਹੋ ਕਿਹਾ ਕਿ ਸਟਾਰਟਿੰਗ ਦੇ ਵਿੱਚ ਇਹੋ ਹੀ ਹੋਣਾ, ਪਲਾਨ ਪਹਿਲਾਂ ਬਣਾਓ, ਡਿਜ਼ਾਈਨ ਤਿਆਰ ਕਰੋ, ਕਿੱਥੇ ਬਣੂਗੀ, ਕਿੱਦਾਂ ਦੀ ਬਣੂਗੀ, ਕਿੰਨੀ ਜਗ੍ਹਾ ਚਾਹੀਦੀ ਆ। ਸੋ ਰਾਇਟਸਨ ਯੂਨੀਵਰਸਿਟੀ ਵਾਲੇ ਉੱਤੇ ਆਲਰੇਡੀ ਕੰਮ ਸਟਾਰਟ ਕਰ ਚੁੱਕੇ ਆ। ਸੋ ਜਦੋਂ ਉਹ ਵੀ ਪਲਾਨ ਜਿਹੜਾ ਸਾਨੂੰ ਮਿਲੂਗਾ, ਫਿਰ ਸਾਡੀ ਕੋਸ਼ਿਸ਼ ਉਹਦੇ ਵਿੱਚ ਮੈਂ ਪਹਿਲਾਂ ਸੁਣਿਆ ਸੀ, ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਮੇਰਾ ਪਤਾ ਨਹੀਂ ਕੁਐਸਚਨ ਹੈ ਵਾਜਬ ਹੈ ਕਿ ਨਹੀਂ, ਮੈਨੂੰ ਕੋਈ ਕਦੀ ਜਾਣਕਾਰੀ ਨਹੀਂ, ਮੈਂ ਕਰ ਲੈਣਾ ਫਿਰ ਵੀ, ਕਿ ਉਹ ਸਪਲਿਟ ਕੀਤਾ ਹੋਇਆ, ਕੁਝ ਪੋਰਸ਼ਨ ਉਹਦਾ ਬਰੈਂਪਟਨ 'ਚ ਬਣੇਗਾ, ਕੁਝ ਮਿਲਟਨ 'ਚ ਬਣੇਗਾ, ਕੁਝ ਇਸ ਤਰ੍ਹਾਂ ਦੀ ਗੱਲ ਚੱਲਦੀ ਸੀ ਕਿ ਐਂਟਾਇਰਲੀ ਉਹ ਬਰੈਂਪਟਨ ਦਾ ਹੋਏਗਾ ਸਕੂਲ? ਨਹੀਂ, ਉਹ ਬਿਲਕੁਲ ਬਰੈਂਪਟਨ ਦਾ ਹੋਊਗਾ ਜੀ। ਬਰੈਂਪਟਨ ਦੇ ਵਿੱਚ ਬਣੂਗਾ ਮੈਡੀਕਲ ਸਕੂਲ ਜਿਹੜਾ ਹੈਗਾ ਰਾਇਟਸਨ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ, ਉਹ ਬਰੈਂਪਟਨ ਦੇ ਵਿੱਚ ਹੀ ਬਣੂਗਾ। ਲੇਕਿਨ ਕਿੱਥੇ ਬਣੂਗਾ, ਕਿੱਦਾਂ ਦਾ ਬਣੂਗਾ, ਅਜੇ ਉਹ ਇਨੀਸ਼ੀਅਲ ਸਟੇਜਸ ਦੇ ਵਿੱਚ ਹੈਗਾ। ਸੋ ਜਦੋਂ ਵੀ ਪਲਾਨ ਤਿਆਰ ਕੀਤਾ ਜਾਊਗਾ, ਫਿਰ ਸਾਡੀ ਦੁਬਾਰਾ ਕੋਸ਼ਿਸ਼ ਉੱਥੇ ਹੋਊਗੀ ਕਿ ਉਹਨੂੰ ਜਦੋਂ ਪਲਾਨ ਤਿਆਰ ਹੋ ਜਾਂਦਾ ਦੁਬਾਰਾ ਅਸੀਂ ਪੁਸ਼ ਕਰੀਏ। ਮੈਂ ਇੱਕ ਚੀਜ਼ ਕਹਿਣਾ ਕਿ ਸਾਡੇ ਪ੍ਰੀਮੀਅਰ ਜਿਹੜੇ ਹੈਗੇ ਆ ਜੀ, ਬਹੁਤ ਹੀ ਇੱਕ ਵਧੀਆ ਇਨਸਾਨ ਆ, ਹਮੇਸ਼ਾ ਲਿਸਨ ਕਰਦੇ ਆ ਲੋਕਾਂ ਦਾ, ਉਹਨਾਂ ਨੂੰ ਜਿਹੜੀ, ਕਿਉਂਕਿ ਉਹ ਪੋਲੀਟੀਸ਼ੀਅਨ ਨਹੀਂ ਹੈਗੇ, ਇੱਕ ਕਹਿ ਲਓ ਕਿ ਇੱਕ ਮੈਂ ਕਹਿੰਦਾ ਕਾਮਨ ਪਰਸਨ ਦੀ ਤਰ੍ਹਾਂ ਹਮੇਸ਼ਾ ਲੋਕਾਂ ਦੇ ਪ੍ਰੋਬਲਮ ਸੁਣਦੇ ਆ, ਸਾਡੀਆਂ ਵੀ। ਜਦੋਂ ਅਸੀਂ, ਕਿਉਂਕਿ ਸਾਡੇ ਬਰੈਂਪਟਨ ਦਾ ਅਗਲਾ ਸਵਾਲ ਇਹੋ ਹੀ ਸੀਗਾ, ਤੁਸੀਂ ਪਹਿਲੇ ਚੱਲਿਆ ਸਵਾਲ ਇਹ ਮੈਂ ਤੁਹਾਨੂੰ ਪੁੱਛਣਾ, ਮੈਂ ਇਹੋ ਲਿਖ ਕੇ ਰੱਖਿਆ ਆ ਕਿ ਆਮ ਤੌਰ ਤੇ ਇੱਥੇ ਪ੍ਰਭਾਵ ਦਿੱਤਾ ਜਾਂਦਾ ਆ, ਸਾਡੇ ਮੀਡੀਆ ਵਾਲੇ ਜਿਹੜੇ ਖਾਸ ਕਰਕੇ ਜਿਹੜਾ ਐਥਨਿਕ ਮੀਡੀਆ ਉਹ ਬਹੁਤ ਓਪਨਲੀ ਕਹਿੰਦਾ ਆ, ਉਹ ਯਾਰ ਕੁਝ ਨਹੀਂ, ਸਾਡੇ ਐਮਪੀਪੀ ਦੇ ਹੱਥ 'ਚ ਕੁਝ ਨਹੀਂ ਹੁੰਦਾ, ਲੈਟਰ ਲਿਖਣ ਜੋਗੇ ਹੀ ਆਏ, ਐਮਪੀ ਜਿਹੜੇ ਆ ਵੀ ਚਿੱਠੀਆਂ ਲਿਖ ਕੇ ਵੀਜ਼ੇ ਲਵਾ ਸਕਦੇ, ਹੋਰ ਇਹਨਾਂ ਕੋਲ ਪਾਵਰ ਕੋਈ ਨਹੀਂ। ਕਿੰਨੀ ਕੁ ਆਜ਼ਾਦੀ ਦਿੰਦੀਆਂ ਨੇ ਪਾਰਟੀਆਂ, ਤੇ ਕਿੰਨੀ ਕੁ ਗੱਲ ਤੁਹਾਡੇ ਪ੍ਰੀਮੀਅਰ ਸੁਣਦੇ ਨੇ, ਜਿਹੜੀ ਤੁਹਾਡੀਆਂ ਕੌਕਸ ਹੁੰਦੀਆਂ ਨੇ ਜਾਂ ਜਿਹੜੇ ਤੁਹਾਡੇ ਉੱਤੇ ਜਿਹੜੀਆਂ ਤੁਸੀਂ ਕਮੇਟੀਆਂ ਕੋਈ ਬਣਾਈਆਂ ਹੁੰਦੀਆਂ ਉਹ 'ਚ ਮੈਂਬਰ ਵੀ ਤੁਸੀਂ ਜਾਂਦੇ ਹੋ, ਕਿੰਨੀ ਕੁ ਸੁਣਵਾਈ ਹੁੰਦੀ ਆ? ਪ੍ਰੀਮੀਅਰ ਨੂੰ ਮਿਲਣਾ ਹੋਵੇ ਤੇ ਕਿੱਦਾਂ ਤੁਹਾਨੂੰ ਟਾਈਮ ਲੈਣੇ ਪੈਂਦੇ ਆ, ਕੀ ਕਰਨਾ ਪੈਂਦਾ? ਜਿੱਦਾਂ ਆਪਣੇ ਸੀਐਮ ਸਾਹਿਬ ਤੇ ਮਿਲਦੇ ਨਹੀਂ ਕਿਸੇ ਨੂੰ, ਐਮਐਲਏ ਪੁੱਛਦੇ ਨਹੀਂ। ਮੈਂ ਜਿੱਦਾਂ ਕਿਹਾ ਜੀ, ਪ੍ਰੀਮੀਅਰ ਸਾਡੇ ਬਹੁਤ ਹੀ ਡਾਊਨ ਟੂ ਅਰਥ, ਬਹੁਤ ਹੀ ਹੰਬਲ ਪਰਸਨ ਹੈਗੇ। ਮੈਂ ਤੁਹਾਨੂੰ ਉਦਾਹਰਨ ਦੇ ਸਕਦਾ, ਮੈਂ ਇੱਥੇ ਹੁਣ ਕਾਲ ਕਰਾਂ ਤੇ ਰਾਈਟ ਵੇ ਜੇ ਕਾਲ ਨਹੀਂ ਚੁੱਕਣਗੇ ਤੇ 5 ਮਿੰਟ ਬਾਅਦ ਵਾਪਸ ਆ ਜੂਗੀ ਉਹਨਾਂ ਦੀ। ਇਦਾਂ ਦੇ ਇਨਸਾਨ ਆ, ਬਹੁਤ ਹੀ ਉਹਨਾਂ ਦਾ ਸਾਡੇ ਕੋਲ ਡਾਇਰੈਕਟ ਐਕਸੈਸ ਹੈਗਾ ਵਾ। ਸਾਨੂੰ ਇਹ ਨਹੀਂ ਕਿ ਉਹਨਾਂ ਦੇ ਕਿਸੇ ਸਟਾਫ ਨਾਲ ਗੱਲ ਕਰੀਏ ਪਹਿਲਾਂ ਕਿ ਹਾਂਜੀ ਪ੍ਰੀਮੀਅਰ ਨਾਲ ਸਾਡੀ ਮੀਟਿੰਗ ਕਰਵਾ ਦਿਓ। ਪ੍ਰੀਮੀਅਰ ਨੂੰ ਅਸੀਂ ਹਮੇਸ਼ਾ ਜਦੋਂ ਮਰਜ਼ੀ ਕਾਲ ਕਰੀਏ, ਚਾਹੇ ਰਾਤ ਦੇ 10-11 ਵਜੇ ਆ, ਹਮੇਸ਼ਾ ਸਾਡੀ ਕਾਲ ਅਟੈਂਡ ਕਰ ਦੇਗੇ। ਅਤੇ ਨਾਲ ਦੀ ਨਾਲ ਜਿਹੜੀਆਂ ਪ੍ਰੋਬਲਮਸ ਆ ਸਾਡੀਆਂ ਮੇਨ ਜਿਹੜਾ ਹੈਗਾ ਜੀ, ਉਹ ਲਿਸਨ ਕਰਦੇ ਆ, ਕਿਉਂਕਿ ਬਰੈਂਪਟਨ ਦੇ ਵਿੱਚ ਉਹ ਰਹੇ, ਉਹਨਾਂ ਨੂੰ ਪਤਾ ਕਿ ਬਰੈਂਪਟਨ ਦਾ ਜਿਹੜਾ ਸਿਸਟਮ ਆ, ਬਰੈਂਪਟਨ ਨੂੰ ਪਿਛਲੇ 10-15 ਸਾਲ ਤੋਂ ਜਿਹੜੀ ਪ੍ਰੀਵੀਅਸ ਗਵਰਨਮੈਂਟ ਹੈਗੀ ਉਹਨਾਂ ਇਗਨੋਰ ਕੀਤਾ ਸੀ। ਹਸਪੀਟਲ ਦੀ ਗੱਲ ਕਰੀਏ, ਆਪਾਂ ਜਿਹੜਾ ਰਾਇਟਸਨ ਮੈਡੀਕਲ ਸਕੂਲ ਦੀ ਗੱਲ ਕਰੀਏ, ਚਾਹੇ ਇੱਥੋਂ ਦਾ ਟ੍ਰਾਂਜ਼ਿਟ ਜਿਹੜਾ ਸਿਸਟਮ ਆ, ਚਾਹੇ ਇੱਥੋਂ ਦਾ ਇਨਫਰਾਸਟ੍ਰਕਚਰ ਹੈਗਾ ਵਾ, ਉਹਦੇ ਵਿੱਚ ਇਨਵੈਸਟਮੈਂਟ ਦੀ ਗੱਲ ਕਰੀਏ, ਹਾਈਵੇ 413 ਦੀ ਗੱਲ ਕਰੀਏ, ਉਹ ਵੀ ਪਿਛਲੀ ਗਵਰਨਮੈਂਟ ਵੱਲੋਂ ਨੈਗਲੈਕਟ ਕੀਤਾ ਗਿਆ ਵਾ। ਸੋ ਸਾਡੇ ਪ੍ਰੀਮੀਅਰ ਜਿਹੜੇ ਆ ਜੀ, ਉਹ ਬਹੁਤ ਹੀ ਐਡਮੈਂਟ ਹੈਗੇ ਆ ਕਿ ਜਿਹੜਾ ਕੋਈ ਵੀ ਬਰੈਂਪਟਨ ਦੀ ਡਿਵੈਲਪਮੈਂਟ ਦੇ ਲਈ ਜਿਹੜੀ ਚੀਜ਼ ਹੁੰਦੀ ਆ, ਹਮੇਸ਼ਾ ਲਿਸਨ ਕਰਦੇ, ਨਾਟ ਓਨਲੀ ਲਿਸਨ ਕਰਦੇ, ਉਹਨੂੰ ਚੀਜ਼ ਨੂੰ ਡਿਲੀਵਰ ਵੀ ਕਰਦੇ। ਅਮਰਜੋਤ, ਸਾਡੀ ਸੁਸਾਇਟੀ ਦਾ ਇਦਾਂ ਦਾ ਆ, ਜਿੱਦਾਂ ਮੈਨੂੰ ਕੋਈ ਨਿੱਜੀ ਕੰਮ ਹੈ ਨਾ, ਮੈਂ ਤੁਹਾਨੂੰ ਫੋਨ ਕਰਿਆ, ਤੁਸੀਂ ਮੇਰੀ ਗੱਲ ਸੁਣ ਲਈ, ਉਹਨੂੰ ਅਟੈਂਡ ਕਰ ਲਿਆ, ਜਾਂ ਹੈ ਨਾ, ਨਿੱਕੀਆਂ ਚੀਜ਼ਾਂ ਹੁੰਦੀਆਂ। ਬੱਚਿਆਂ ਨੇ ਮੈਨੂੰ ਯਾਦ ਹੈ ਪਿਛਲੇ ਦਿਨੀ ਕੋਵਿਡ ਵਾਸਤੇ ਤੁਹਾਨੂੰ ਕਿਹਾ, ਤੁਸੀਂ ਬੜੀ ਐਫਰਟ ਕੀਤੀ ਵੀ ਕੋਈ ਨਹੀਂ, ਪ੍ਰਾਇੋਰਟੀ ਤੇ ਮਿਲ ਜਾਏਗਾ, ਇਦਾਂ ਮਿਲ ਜਾਏਗਾ, ਜੋ ਵੀ ਹੈ ਸਾਰੇ ਲਈ ਕਰ ਰਹੇ ਹੋ ਤੁਸੀਂ। ਪਰ ਜਿਹੜਾ ਐਮਪੀਪੀ ਦਾ ਮੇਨ ਕੰਮ ਹੈ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਉਹ ਲੈਜਿਸਲੇਟਿਵ ਅਸੈਂਬਲੀ 'ਚ ਜਾ ਕੇ ਬਿੱਲ ਲਿਆਉਣੇ, ਹੁਣ ਤੱਕ ਤੁਸੀਂ ਆਪਣੇ ਵੱਲੋਂ ਕਿੰਨੇ ਕੁ ਬਿੱਲ ਲਿਆਂਦੇ, ਉੱਤੇ ਕਿਸ ਤਰ੍ਹਾਂ ਦੀ ਡਿਸਕਸ਼ਨ ਹੋਈ,
ਬਿੱਲ ਤੁਸੀਂ ਪ੍ਰਾਈਵੇਟ ਬਿੱਲ ਕਹਿੰਦੇ ਉਹਨਾਂ ਨੂੰ ਲੈ ਕੇ ਆਉਂਦੇ ਜਾਂ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਕਿਹਾ ਜਾਂਦਾ ਬਿੱਲ, ਜਿਸ ਤਰ੍ਹਾਂ ਜਿੱਦਾਂ ਗਵਰਨਮੈਂਟ ਦਾ ਬਿੱਲ ਹੁੰਦਾ ਪ੍ਰਾਈਵੇਟ, ਥੋੜਾ ਜਿਹਾ ਸਾਨੂੰ ਸਮਝਾਓ ਕਿੱਦਾਂ ਇਹ ਸਿਸਟਮ ਚੱਲਦਾ, ਤੇ ਪ੍ਰਾਈਵੇਟ ਬਿੱਲ ਜਦੋਂ ਕੋਈ ਲੈ ਕੇ ਆਉਂਦਾ MPP ਵਗੈਰਾ, ਉਹ ਤੇ ਕਿੱਦਾਂ ਦੀਆਂ ਡਿਬੇਟ ਹੁੰਦੀਆਂ ਤੇ ਕਿਸ ਤਰ੍ਹਾਂ ਉਹ ਚੱਲਦਾ? ਕੋਈ ਬਿੱਲ ਐਸਾ ਤੁਸੀਂ ਲੈਂਦਾ ਹੋਵੇ ਜਿਹੜਾ ਹੁਣ ਉਹ ਕਾਨੂੰਨ ਬਣ ਗਿਆ ਹੋਵੇ, ਲਾ ਬਣ ਗਿਆ ਹੋਵੇ, ਕੋਈ ਇਦਾਂ ਦੀ ਐਫਰਟ ਹੋਈ ਤੁਹਾਡੇ ਸਮੇਂ 'ਚ? ਬਿਲਕੁਲ ਜੀ, ਬਿਲਕੁਲ ਹੋਈ ਆ। ਦੇਖੋ ਜਦੋਂ ਮੈਂ ਇਲੈਕਟ ਹੋਇਆ ਸੀ, ਮੈਨੂੰ ਕਿਉਂਕਿ ਆਪਾਂ ਜਾਣਦੇ ਕਾਫੀ ਟਰੱਕਿੰਗ ਇੰਡਸਟਰੀ ਨਾਲ ਆਪਣੇ ਭਰਾ ਜੁੜੇ ਆ, ਭੈਣਾਂ ਜੁੜੀਆਂ, ਹਮੇਸ਼ਾ ਹੀ ਇੱਕ ਅਪਰੋਚ ਕਰਦੇ ਹੁੰਦੇ ਸੀ ਕਿ ਇੱਕ ਜਿਹੜਾ ਅੰਟਾਰੀਓ ਦੇ ਵਿੱਚ ਇੱਕ ਇਦਾਂ ਚੀਜ਼ ਹੈਗੀ, 에ਅਰ ਬ੍ਰੇਕ ਐਂਡੋਰਸਮੈਂਟ ਦਾ ਜਿਹੜਾ ਟੈਸਟ ਹੁੰਦਾ ਵਾ, ਰਿਨਿਊਵਲ ਦੁਬਾਰਾ 5 ਸਾਲ ਬਾਅਦ ਤੁਹਾਨੂੰ ਹਰ 5 ਸਾਲ ਬਾਅਦ ਜਿਹੜਾ ਰਿਨਿਊਵਲ ਹੀ ਟੈਸਟ ਦੇਣਾ ਪੈਂਦਾ ਵਾ। ਸੋ ਉਹਦੇ ਲਈ ਕਾਫੀ ਮੈਨੂੰ ਆਉਂਦੀਆਂ ਸੀ ਕਾਲਾਂ, ਮੀਟਿੰਗਸ ਵੀ ਹੋਈਆਂ ਕਿ ਇਹਨੂੰ ਜਿਹੜਾ ਐਲੀਮੀਨੇਟ ਕਰਵਾਓ। ਸੋ ਉਹਦੇ ਲਈ ਮੈਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਂਦਾ ਸੀ 2019 ਦਸੰਬਰ ਦੇ ਵਿੱਚ। 19 ਦਸੰਬਰ ਦੇ ਵਿੱਚ ਬਿੱਲ ਆਇਆ ਜੀ, ਉਹਦੀ ਫਸਟ ਰੀਡਿੰਗ ਪਾਸ ਹੋਈ, ਸੈਕੰਡ ਰੀਡਿੰਗ ਪਾਸ ਹੋਈ, ਫਿਰ ਜਿਹੜਾ ਬਿੱਲ ਉਹ ਇਸ ਵੇਲੇ ਕਮੇਟੀ ਦੇ ਵਿੱਚ ਪਿਆ ਵਾ। ਆਪਾਂ ਸਾਰੇ ਜਾਣਦੇ ਕਿ 2020 ਮਾਰਚ ਤੋਂ ਬਾਅਦ ਕਿੱਦਾਂ ਦੀ ਸਿਚੁਏਸ਼ਨ ਦੇ ਆਪਾਂ ਵਿੱਚ ਜਾ ਰਹੇ ਹਾਂ। ਗਵਰਨਮੈਂਟ ਦਾ ਜਿਹੜਾ ਮੇਨਲੀ ਫੋਕਸ ਹੈਗਾ ਸੀ ਕਿ ਲੋਕਾਂ ਦੀ ਹੈਲਥ ਤੇ ਸੇਫਟੀ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾਵੇ, ਨਾਲ ਦੀ ਨਾਲ ਜਿਹੜੀਆਂ ਸਹੂਲਤਾਂ ਬਿਜ਼ਨਸ ਜਿਹੜੇ ਹੈਗੇ ਉਹਨਾਂ ਦੀ ਕਿੱਦਾਂ ਸਪੋਰਟ ਕੀਤੀ ਜਾਵੇ, ਫੈਮਿਲੀਜ਼ ਦੀ ਕਿੱਦਾਂ ਸਪੋਰਟ ਕੀਤੀ ਜਾਵੇ, ਬੱਚਿਆਂ ਦੀ ਕਿੱਦਾਂ ਸਪੋਰਟ ਕੀਤੀ ਜਾਵੇ। ਸੋ ਉਹ ਕਰਕੇ ਬਿੱਲ ਜਿਹੜਾ ਥੋੜਾ ਇਸ ਵੇਲੇ ਮੈਂ ਕਹੂੰਗਾ ਠੰਡੇ ਬਸਤੇ ਵਿੱਚ ਥੋੜਾ ਹੈਗਾ। ਸਾਰੇ ਪ੍ਰਾਈਵੇਟ ਮੈਂਬਰਸ ਬਿੱਲ, ਇਕੱਲਾ ਮੇਰਾ ਨਹੀਂ, ਸਾਰੇ ਪ੍ਰਾਈਵੇਟ ਮੈਂਬਰਸ ਬਿੱਲ ਜਿਹੜੇ ਹੈਗੇ ਆ ਇਸ ਵੇਲੇ ਥੋੜਾ ਉਹਨਾਂ ਦਾ ਡਿਲੇ ਹੈਗਾ। ਉੱਦਾਂ ਵੀ ਜਿਹੜੇ ਪ੍ਰਾਈਵੇਟ ਮੈਂਬਰਸ ਬਿੱਲ ਹੈਗੇ ਕਈ ਵਾਰ ਇਹਨਾਂ ਨੂੰ ਕਾਫੀ ਸਾਲ ਲੱਗ ਜਾਂਦੇ ਨੇ। ਕਈ ਵਾਰ ਬਿੱਲ ਜਿਹੜਾ ਆਪਣਾ ਰੀਅਲ ਸਟੇਟ ਦੀ ਗੱਲ ਕਰੀਏ, ਰੀਅਲ ਸਟੇਟ ਕਾਰਪੋਰੇਸ਼ਨ ਦਾ ਬਿੱਲ ਚੱਲ ਰਿਹਾ ਸੀ ਬੜੇ ਲੰਮੇ ਸਮੇਂ ਤੋਂ ਕਿ ਰੀਅਲਟਰ ਜਿਹੜੇ ਹੈਗੇ ਉਹਨਾਂ ਨੂੰ ਅਲਾਉ ਕੀਤਾ ਜਾਵੇ ਕਿ ਉਹ ਇਨਕਾਰਪੋਰੇਟ ਕਰ ਸਕਣ। ਪਿਛਲੀ ਗਵਰਨਮੈਂਟ ਰਹੀ ਹੈ 15 ਸਾਲ, ਕੁਝ ਨਹੀਂ ਹੋਇਆ ਸੀ। ਜਿਹੜੀ ਸਾਡੀ ਗਵਰਨਮੈਂਟ ਆਈ ਆ ਉਹ ਦੁਬਾਰਾ ਬਿੱਲ ਲੈ ਕੇ ਆਂਦਾ ਤੇ ਬਿੱਲ ਨੂੰ ਪਾਸ ਕਰਵਾ ਕੇ ਲਾਅ ਬਣਾਇਆ। ਜਿੱਦਾਂ ਜਿਹੜੀਆਂ ਬਾਕੀ ਬ੍ਰੋਕਰਸ ਹੈਗੇ ਆ ਜਾਂ ਮੌਰਗੇਜ ਵਾਲੇ ਜਿੱਦਾਂ ਵੀ ਆ, ਉਹ ਵੀ ਰੀਅਲਟਰ ਵੀ ਜਿਹੜੇ ਹੁਣ ਇਨਕਾਰਪੋਰੇਟ ਕਰ ਸਕਦੇ। ਰੀਅਲਟਰ ਕਮਿਊਨਿਟੀ ਜਿਹੜੀ ਬਹੁਤ ਜ਼ਿਆਦਾ ਖੁਸ਼ ਆ। ਜਿੱਦਾਂ ਆਪਣਾ ਮੋਟਰਸਾਈਕਲ ਕਲੱਬ ਵਾਲੇ ਜਿਹੜੇ ਹੈਗੇ ਜੀ, ਸਿੱਖ ਮੋਟਰਸਾਈਕਲ ਵਾਲੇ ਜਿਹੜੇ ਹੈਲਮਟ ਐਗਜ਼ੈਂਪਸ਼ਨ ਮੰਗਦੇ ਸੀ, ਉਹ ਵੀ ਪਿਛਲੇ 10-15 ਸਾਲ ਤੋਂ ਬਿੱਲ ਲੰਘਦਾ ਆ ਰਿਹਾ ਸੀ ਪ੍ਰਾਈਵੇਟ ਮੈਂਬਰ ਬਿੱਲ ਲਈ। ਉਹ ਵੀ ਅਸੀਂ ਲਾਅ ਬਣਾਇਆ। ਸੋ ਪ੍ਰਾਈਵੇਟ ਮੈਂਬਰ ਬਿੱਲ ਕਈ ਵਾਰ ਟਾਈਮ ਲੱਗ ਜਾਂਦਾ ਇਹਨਾਂ ਨੂੰ, ਲੇਕਿਨ ਮੇਰੇ ਵੱਲੋਂ ਜਿਹੜਾ ਬਿੱਲ ਲੈ ਕੇ ਆਂਦਾ ਬਹੁਤ ਇੰਪੋਰਟੈਂਟ ਹੈਗਾ। ਟਰੱਕਿੰਗ ਇੰਡਸਟਰੀ ਲਈ ਜਿਹੜੇ ਵੀਰ ਜੁੜੇ ਆ ਉਹਨਾਂ ਨੂੰ ਪਤਾ ਕਿੰਨਾ ਇੰਪੋਰਟੈਂਟ ਹੈ। ਜਿਹੜੀ ਤੁਹਾਡੇ ਹਲਕੇ ਦੀਆਂ ਪ੍ਰੋਬਲਮ ਲੋਕ ਤੁਹਾਨੂੰ ਦੱਸਦੇ ਆ, ਮਤਲਬ ਕੱਲਾ ਮੀਡੀਆ ਵਾਲੇ ਹੀ ਨਹੀਂ, ਮੀਡੀਆ ਵਾਲੇ ਤਾਂ ਕਈ ਵਾਰ ਐਵੇਂ ਕਲੇਮ ਕਰਦੇ ਕਿ ਮੈਂ ਕਰਵਾਤਾ ਉਹ ਕਰਾਤਾ, ਇਦਾਂ ਦੀ ਗੱਲ ਨਹੀਂ ਹੈ। ਆਮ ਤੌਰ ਤੇ ਲੋਕ ਤੁਹਾਨੂੰ ਮਿਲਦੇ ਆ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮ ਨੇ, ਪਾਰਕਾਂ 'ਚ ਤੁਸੀਂ ਮਿਲਦੇ ਹੋ ਲੋਕਾਂ ਨੂੰ, ਛੋਟੇ ਮੋਟੇ ਮਤਲਬ ਕੋਈ ਫੰਕਸ਼ਨ ਹੁੰਦੇ ਉੱਥੇ ਵੀ ਜਾਂਦੇ, ਉੱਥੇ ਲੋਕ ਤੁਹਾਨੂੰ ਮਿਲ ਕੇ ਪਰਸਨਲ ਪ੍ਰੋਬਲਮ ਦੱਸਦੇ ਆ। ਉਹ ਪ੍ਰੋਬਲਮ ਸੋਲਵ ਕਰਨ ਨੂੰ ਤੁਸੀਂ ਕਿਸ ਤਰ੍ਹਾਂ ਮਤਲਬ ਕਰਦੇ ਹੋ ਕਿ ਪ੍ਰੀਮੀਅਰ ਸਾਹਿਬ ਤੁਹਾਡੀ ਉਹ ਗੱਲ ਸੁਣਦੇ ਆ ਕਿ ਮੇਰੇ ਹਲਕੇ ਦੀਆਂ ਯਾਰ ਆ ਸਮੱਸਿਆਵਾਂ ਨੇ ਤੇ ਮੈਨੂੰ ਇਸ ਤਰ੍ਹਾਂ ਦਾ ਕੋਈ ਫੰਡਿੰਗ ਵਾਸਤੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਕੋਈ ਤੁਹਾਡੇ, ਕਿਉਂਕਿ ਤੁਹਾਡਾ ਐਕਸਪੀਰੀਅੰਸ ਹੈ, ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ, ਤੇ ਜਿਹੜੇ ਲੋਕਾਂ ਦੇ ਜਿਹੜੀਆਂ ਆਮ ਜਨ ਸਧਾਰਨ ਦੀਆਂ ਪ੍ਰੋਬਲਮ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਨੇ, ਤੁਸੀਂ ਆਪਣੀ ਪ੍ਰੋਵਿੰਸ ਦੀ ਜਿਹੜੀ ਐਡਮਿਨਿਸਟ੍ਰੇਟਰ ਉਹ ਤੱਕ ਕਿੱਦਾਂ ਪਹੁੰਚਾਉਂਦੇ ਹੋ ਤੇ ਉਹਦਾ ਕਿੱਦਾਂ ਸੋਲੂਸ਼ਨ ਹੁੰਦੇ ਆ? ਬਿਲਕੁਲ, ਬਹੁਤ ਵਧੀਆ ਤੁਹਾਡਾ ਕੁਐਸਚਨ ਹੈ। ਦੇਖੋ ਮੇਰੀ ਕੋਸ਼ਿਸ਼ ਹੁੰਦੀ ਆ, ਚਾਹੇ ਉਹ ਕੋਈ ਪ੍ਰੋਵਿੰਸ਼ੀਅਲ ਇਸ਼ੂ ਹੈਗਾ ਵਾ, ਚਾਹੇ ਮਿਊਨਿਸਪਲ ਇਸ਼ੂ ਆ, ਚਾਹੇ ਕੋਈ ਫੈਡਰਲ ਗਵਰਨਮੈਂਟ ਦਾ ਇਸ਼ੂ ਆ, ਜਿੱਥੇ ਵੀ ਕਿਤੇ ਪਾਰਕ ਦੇ ਵਿੱਚ ਜਾਂ ਕੋਈ ਇਵੈਂਟ ਦੇ ਵਿੱਚ ਅਸੀਂ ਜਾਂਦੇ ਆ, ਕੋਈ ਸੀਨੀਅਰਸ ਹੋ ਗਏ ਜਾਂ ਹੋਰ ਕਮਿਊਨਿਟੀ ਨੂੰ ਮਿਲਦਾ ਮੌਕਾ ਮਿਲਦਾ, ਜਿਹੜਾ ਵੀ ਇਸ਼ੂ ਜਿਹੜਾ ਰੇਸ ਕੀਤਾ ਜਾਂਦਾ, ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣਾ ਪੂਰਾ ਐਫਰਟ ਦੇਵਾਂ 100% ਉਹਦੇ ਵਿੱਚ। ਚਾਹੇ ਉਹ ਮਿਊਨਿਸਪਲ ਇਸ਼ੂ ਹੈਗਾ, ਮੈਂ ਨਹੀਂ ਕਹਿੰਦਾ ਕਿ ਮਿਊਨਿਸਪਲ ਤੁਸੀਂ ਆਪਣੇ ਕਾਉਂਸਲਰ ਨੂੰ ਕਨੈਕਟ ਕਰੋ, ਮੈਂ ਹਮੇਸ਼ਾ ਕਹਿੰਦਾ ਤੁਸੀਂ ਮੈਨੂੰ ਈਮੇਲ ਕਰ ਦਿਓ, ਮੈਂ ਜਿਹੜਾ ਆਪੇ ਉਹਨਾਂ ਨਾਲ ਗੱਲ ਕਰਕੇ ਜਿਹੜਾ ਕੋਸ਼ਿਸ਼ ਕਰੂੰਗਾ। ਜੇ ਤੁਹਾਨੂੰ ਪਾਰਕ ਦੇ ਵਿੱਚ ਬੈਂਚ ਚਾਹੀਦੇ ਆ ਜਾਂ ਤੁਹਾਨੂੰ ਵਾਸ਼ਰੂਮ ਚਾਹੀਦੇ, ਉੱਥੇ ਉਹ ਜਿਹੜੀਆਂ ਫੈਸਿਲਿਟੀਜ਼ ਜਿਹੜੀਆਂ ਬੇਸਿਕ ਹੈਗੀਆਂ ਪ੍ਰੋਵਾਈਡ ਕੀਤੀਆਂ ਜਾਣ। ਬਾਕੀ ਬਰੈਂਪਟਨ ਦੀ ਜਿੱਦਾਂ ਗੱਲ ਕੀਤੀ ਪਹਿਲਾਂ ਹੀ ਕਹਿ ਰਿਹਾ ਕਿ ਜਿਹੜੇ ਬਰੈਂਪਟਨ ਦੇ ਮੇਨ ਇਸ਼ੂਜ਼ ਜਿਹੜੇ ਕਿਹੜੇ ਹੈਗੇ, ਹਸਪੀਟਲ ਦਾ ਪਿਛਲੇ 15 ਸਾਲ ਤੋਂ ਲਮਕਦਾ ਆ ਰਿਹਾ ਵਾ ਕਿ ਬਰੈਂਪਟਨ ਨੂੰ ਹਸਪੀਟਲ ਚਾਹੀਦਾ। ਉਹਦੀ ਅਸੀਂ ਪ੍ਰੀਮੀਅਰ ਨਾਲ ਬਿਲਕੁਲ ਗੱਲ ਕੀਤੀ, ਪ੍ਰੀਮੀਅਰ ਨੇ ਲਿਸਨ ਵੀ ਕੀਤਾ, ਬਰੈਂਪਟਨ ਦੇ ਵਿੱਚ ਆ ਕੇ ਅਨਾਉਂਸਮੈਂਟ ਵੀ ਕੀਤੀ ਆ ਕਿ ਇੱਕ ਸਟੇਟ ਆਫ ਦੀ ਆਰਟ ਜਿਹੜੀ ਫੈਸਿਲਿਟੀ ਬਣੂਗੀ। ਮੈਡੀਕਲ ਸਕੂਲ ਦੀ ਗੱਲ ਕਰ ਰਹੇ ਹਾਂ, ਵੀ ਬੜੇ ਲੰਮੇ ਸਮੇਂ ਤੋਂ ਡਿਮਾਂਡ ਹੈਗੀ ਸੀ। ਹਾਈਵੇ 413 ਦਾ ਮੈਂ ਹੀ ਮੋਸ਼ਨ ਲੈ ਕੇ ਆਂਦਾ, ਜਿੱਦਾਂ ਤੁਸੀਂ ਪਹਿਲਾਂ ਕੀਤਾ ਮੋਸ਼ਨ ਕਿਹੜੇ ਲੈ ਕੇ ਆਂਦੇ। ਸੋ ਹਾਈਵੇ 413 ਇੱਕ ਬਹੁਤ ਇੰਪੋਰਟੈਂਟ ਹੈਗਾ ਆਪਣੀ ਇੰਡਸਟਰੀ ਲਈ, ਟਰੱਕਿੰਗ ਇੰਡਸਟਰੀ ਲਈ, ਨਾਟ ਓਨਲੀ ਟਰੱਕਿੰਗ ਇੰਡਸਟਰੀ ਦੇ ਲਈ, ਕਿੱਦਾਂ ਜੌਬਸ ਕ੍ਰੀਏਟ ਕਰਨੀਆਂ, ਕਿੱਦਾਂ ਗੁੱਡਸ ਜਿਹੜੀਆਂ ਇੱਕ ਐਂਡ ਤੋਂ ਅਨਦਰ ਐਂਡ ਤੇ ਮੂਵ ਕਰਨੀਆਂ ਵਾ। ਸੋ ਉਹ ਵੀ ਇੱਕ ਇੰਪੋਰਟੈਂਟ ਜਿਹੜਾ ਮੋਸ਼ਨ ਮੈਂ ਲੈ ਕੇ ਆਂਦਾ ਸੀ। ਉਹ ਤੋਂ 2 ਦਿਨ ਬਾਅਦ ਹੀ ਮਿਨਿਸਟਰ ਜਿਹੜੇ এনवायरमेंट ਹੈਗੇ ਆ, ਮਿਨਿਸਟਰ ਆਫ ਟਰਾਂਸਪੋਰਟੇਸ਼ਨ ਉਹਨਾਂ ਨੇ ਆ ਕੇ ਬਰੈਂਪਟਨ ਦੇ ਵਿੱਚ ਅਨਾਉਂਸਮੈਂਟ ਕੀਤੀ ਸੀ, ਅਸੀਂ ਜਿਹੜੀ ਹਾਈਵੇ 413 ਦੀ এনवायरमेंटल ਅਸੈਸਮੈਂਟ ਜਿਹੜੀ ਹੈਗੀ ਆ ਉਹ ਰਿਜ਼ਿਊਮ ਕਰ ਰਹੇ ਆ। ਉਹ ਦੇਖੋ ਬਹੁਤ ਵੱਡਾ ਇੱਕ ਹਾਈਵੇ ਬਣੂਗਾ, ਉਹਦੇ ਨਾਲ $1 ਬਿਲੀਅਨ ਜਿਹੜਾ ਪ੍ਰੋਵਿੰਸ਼ੀਅਲ GDP ਨੂੰ ਬੂਸਟ ਮਿਲੂਗਾ, ਉਹ ਵੀ ਮੈਂ ਮੋਸ਼ਨ ਲੈ ਕੇ ਆਂਦਾ। ਸੋ ਕਾਫੀ ਜਿਹੜੀਆਂ ਚੀਜ਼ਾਂ ਜਿਹੜੀ ਸਾਡੀ ਹੁੰਦੀਆਂ, ਜਿਹੜੇ ਵੀ ਇਸ਼ੂਜ਼ ਉੱਠਦੇ ਆ, ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਪ੍ਰੀਮੀਅਰ ਤੱਕ ਜਾਂ ਸਾਡੀ ਕੈਬਨਿਟ ਤੱਕ ਲੈ ਕੇ ਆਂਦਾ ਜਾਵੇ ਤੇ ਉਹਨਾਂ ਦਾ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅਮਰਜੋਤ ਜੀ, ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ। ਬਹੁਤ ਸਾਰੇ ਕੁਐਸਚਨ ਆ, ਬਰੈਂਪਟਨ ਵਾਲੇ ਬਹੁਤ ਸਾਰੇ ਕੁਐਸਚਨ ਆ, ਤੁਹਾਨੂੰ ਕਿਸੇ ਦਿਨ ਫੇਰ ਤਕਲੀਫ ਦੇਣੀ ਅਸੀਂ। ਅੱਜ ਅਸੀਂ ਮੋਟੇ-ਮੋਟੇ ਤੌਰ ਤੇ ਇੱਕ ਜਨਰਲ ਗੱਲਾਂ ਕੀਤੀਆਂ ਨੇ। ਜਿਹੜੇ ਬਰੈਂਪਟਨ ਦੇ ਇਸ਼ੂ ਉਹਨਾਂ ਨੂੰ ਅਸੀਂ ਬਹੁਤਾ ਟੱਚ ਨਹੀਂ ਕੀਤਾ, ਸਵਾਏ ਹਸਪੀਟਲ ਤੇ ਥੋੜ੍ਹੀਆਂ ਗੱਲਾਂ ਕੀਤੀਆਂ ਨੇ। ਬਹੁਤ ਸਾਰੇ ਹੋਰ ਸਮੱਸਿਆਵਾਂ ਨੇ ਬਰੈਂਪਟਨ ਦੀਆਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਾਂਗੇ। ਕਿਸੇ ਦਿਨ ਫੇਰ ਤੁਹਾਡੇ ਕੋਲੋਂ ਸਮਾਂ ਲਾਂਗੇ ਤੇ ਆਪਾਂ ਦੁਬਾਰਾ ਗੱਲਾਂ ਬਾਤਾਂ ਕਰਾਂਗੇ। ਤੁਸੀਂ ਆਇਓ ਸਾਡੇ ਕੋਲ, ਬਹੁਤ ਹੀ ਵਧੀਆ ਜਾਣਕਾਰੀਆਂ ਵੀ ਦਿੱਤੀਆਂ ਔਰ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਤੁਹਾਡੇ ਮਨ 'ਚ ਇੱਕ ਐਸਾ ਜਜ਼ਬਾ ਹੈ ਕੰਮ ਕਰਨ ਦਾ
ਕਿ ਤੁਸੀਂ ਅੱਗੇ ਵੱਧ ਕੇ ਜਿਹੜਾ ਤੁਹਾਡਾ ਫੀਲਡ ਵੀ ਨਹੀਂ ਆ ਉਹ ਤੋਂ ਬਾਹਰ ਜਾ ਕੇ ਵੀ ਕੰਮ ਕਰਦੇ ਹੋ। ਨਿੱਜੀ ਤੌਰ ਤੇ ਜਿਹੜੀ ਆ ਉਹ ਜਿੰਨੀ ਐਪਰੀਸ਼ੀਏਸ਼ਨ ਹੋਵੇ ਉਨੀ ਘੱਟ ਹੈ। ਮੈਂ ਮਤਲਬ ਉਹ ਨਹੀਂ ਕਰਨ ਨੂੰ ਲੱਗਦਾ ਹੁੰਦਾ ਵੀ ਖੁਸ਼ਾਮਦ ਕਰੀਏ ਕਿਸੇ ਦੀ, ਤੁਸੀਂ ਸਾਡੇ ਨਾਲ ਬਹੁਤ ਛੋਟੇ ਹੋ, ਬੱਚਿਆਂ ਵਾਂਗੂ ਜੇ, ਪਰ ਤੁਹਾਡਾ ਜਿਹੜਾ ਨਿੱਜੀ ਆਪਣਾ ਕੰਮ ਕਰਨ ਦਾ ਤਰੀਕਾ, ਮੈਂ ਕਿਸੇ ਨਾਲ ਵੀ ਗੱਲ ਕਰਦਾ ਤੁਹਾਡਾ ਨਾਂ ਲੈਂਦੇ ਆ ਨਾ, ਜਦੋਂ ਮੇਰੀ ਟੀਮ ਦੇ ਮੈਂਬਰ ਹੀ ਕਹਿੰਦੇ ਉਹ ਆਪਣੇ ਬੱਚਿਆਂ ਵਰਗਾ ਆ, ਪਰ ਸਾਨੂੰ ਮਾਪਿਆਂ ਵਾਂਗੂ ਸਮਝਦਾ। ਤੇ ਇਸ ਗੱਲ ਦੀ ਬਹੁਤ ਹੀ ਖੁਸ਼ੀ ਮਿਲਦੀ ਹੈ ਕਿ ਤੁਸੀਂ ਲੋਕਾਂ ਨਾਲ ਇੰਨਾ ਜੁੜੇ ਹੋਏ ਹੋ, ਇੰਨਾ ਨੇੜੇ ਹੋ, ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋ। ਬਹੁਤ ਸਾਰੇ ਸਵਾਲ ਨੇ ਬਰੈਂਪਟਨ ਦੇ, ਅਗਲੀ ਕਿਸੇ ਸੈਗਮੈਂਟ 'ਚ ਆਪਣਾ ਧੰਨਵਾਦ ਕਰਾਂਗੇ। ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਮਿਹਰਬਾਨੀ ਤੁਹਾਡੀ ਟਾਈਮ ਦੇਣ ਲਈ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਜੋਤੀ ਦਾ